नहीं तू मुर्गे तो रोज ही लेके जाना जितना अगे लेके जाना उतना लै जा कहता नहीं प्लीज़ ना मैं ये उड़ जाने ਜਾਂ ਕਿੱਦਾਂ मैडम तुसीं ਇਹਨੂੰ ਫੜ ਕੇ ਬੈਠਣਾ ਪਿੱਛੇ मेरे लिए बड़ा तकलीफ दे काम है भी मैं किसी मुर्गे ਨੂੰ ਲੈ ਕੇ ਫੜ ਕੇ ਬੈਠਾ ਜਾਂ ਕਿੱਦਾਂ वैसे भी मैनू ये चंगा नहीं लग्या पर उन्हें इन्नी रोन हक अंदाज च कहा भी मैं ਉਹਦੀਆਂ ਗੱਲਾਂ ਚ ਆ ਕੇ ਉਹਦੇ ਨਾਲ ਚਲਾ ਗਿਆ ਜਦੋਂ ਉਹਦੇ ਘਰ ਗਿਆ ਤਾਂ ਪਤਾ ਇਹ ਲੱਗਿਆ ਵੀ ਉਹ ਬੰਦਾ ਪਹਿਲਾਂ ਮੁਰਗਾ ਕਿਤੇ ਲੈ ਕੇ ਜਾਂਦਾ ਤੇ ਕਿਤੋਂ ਕਟਾ ਕੇ ਲੈ ਕੇ ਜਾਂਦਾ ਉਹ ਕਹਿੰਦਾ ਆਪੇ ਵੱਢਣਾ ਮੁਰਗਾ ਜਿਹੜਾ ਹੁਣ ਮੇਰੇ ਵਰਗਾ ਬੰਦਾ ਜਿਹਨੇ ਕਦੀ ਕੀੜੀ ਥੱਲੇ ਦੇਖ ਕੇ ਵੀ ਅਸੀਂ ਪਰੇ ਹੋ ਲੰਘਦੇ ਆ ਉਹਦੇ ਲਈ ਮੁਰਗਾ ਵੱਢਣਾ ਜੇ ਕਿਤੇ ਲੈ ਕੇ ਤੂੰ ਇਸ ਕਰਕੇ ਲਿਆ ਮੈਨੂੰ ਤੇ ਫਿਰ ਉਹ ਜਿੱਦਾਂ ਵੀ ਉਹਨੇ ਬਹਾਇਆ ਵੀ ਇਹ ਫੜ ਇਧਰੋਂ ਫੜ ਮੈਂ ਮਾਰਦਾ ਤੂੰ ਮਾਰਦਾ ਮੈਂ ਕਿਹਾ ਸੋਰੀ ਮੈਂ ਨਹੀਂ ਕੰਮ ਕਰ ਸਕਦਾ ਮੈਂ ਵੱਢ ਸਕਦਾ ਤੇ ਉਹਦੇ ਗੰਗਾ ਨਗਰ ਤੋਂ ਉਹਦੇ ਮਾਮਿਆਂ ਦੇ ਮੁੰਡੇ ਆਏ ਸੀ ਜਿਹਨਾਂ ਕਰਕੇ ਮੁਰਗੇ ਲੈ ਕੇ ਜਾ ਰਹੇ ਸੀ ਮੈਂ ਦੇਖਿਆ ਵੀ ਉਹ ਤਿੰਨ ਨੌਜਵਾਨ ਬੜੇ ਖੱਟੇ ਖੱਟੇ ਜਿਹਨਾਂ ਮੁਰਗੇ ਖਾਣੇ ਸੀ ਉਹ ਅੰਦਰ ਹੱਸ ਰਹੇ ਸੀ ਤੇ ਜਦੋਂ ਮੈਂ ਉਹਨੂੰ ਇਹਦੇ ਸਾਡੀ ਆਰਗੂਮੈਂਟ ਬਾਹਰ ਹੋ ਰਹੀ ਹੈ ਤਾਂ ਉਹਨੇ ਇੱਕ ਸ਼ਬਦ ਕਿਹਾ ਉਹ ਕਹਿੰਦਾ ਕਿ ਉਹ ਮਨਜੀਤ ਕਹਿੰਦਾ ਉਹਨਾਂ ਬੰਦੇ ਨੇ ਜਾਰੀ ਲਾਈ ਦੀ ਹੈ ਨੀਵੇਂ ਗੁਹੇ ਵਾਲੇ ਨੇ ਜਾਰੀ ਲਾਈ ਦੀ ਇਹ ਪ੍ਰੋਗਰਾਮ ਦਾ ਕੀ ਬੜੂ ਦਾ ਉਦਾਂ ਹੀ ਡਰਪੋਕ ਜਿਹਾ ਬੰਦਾ ਫੜ ਲਿਆ ਮੁਰਗਾ ਵੱਢਣ ਕਹਿੰਦਾ ਲਿਆ ਫੜਾ ਮੈਂ ਮਰਨਾ ਤੇ ਉਹਨੇ ਝਟਕੇ ਨਾਲ ਮੁਰਗਾ ਜਿਹੜਾ ਵੱਢਿਆ ਤੇ ਵੱਢਣ ਦੇ ਬਾਅਦ ਕੀ ਹੋਇਆ ਕਿ ਧੌਣ ਮੁਰਗੇ ਦੀ ਲੱਤ ਗਈ ਪਰ ਮੁਰਗਾ ਫਿਰ ਉੜ ਕੇ ਛੱਤ ਤੇ ਲਾ ਕੇ ਪਰਲੇ ਤੇ ਜਾਂ ਜਿਹੜਾ ਉਹ ਦ੍ਰਿਸ਼ ਮੇਰੇ ਲਈ ਬੜਾ ਖਤਰਨਾਕ ਸੀ ਮਤਲਬ ਲਹੂ ਦੀ ਜਿਹੜੀ ਧਾਰ ਸੀ ਉਹ ਵਰਗੀ ਮੈਂ ਦੇਖੀ ਤੇ ਉਹਨੇ ਮੈਨੂੰ ਬੜੀ ਤਕਲੀਫ ਦਿੱਤੀ ਉਸ ਗੱਲ ਤੇ ਮੈਂ ਉਹ ਜਿਹੜਾ ਸੀ ਨਾ ਲੱਤ ਮਾਰੀ ਉੱਥੇ ਜਿੱਥੇ ਉਹਨੇ ਵੱਢਿਆ ਸੀ ਜਿਹੜੇ ਫਰੇਮ ਜਿਹਾ ਤੇ ਮੈਂ ਦਰਵਾਜ਼ੋਂ ਬਾਹਰ ਆ ਗਿਆ ਮੈਂ ਜਾਂਦਾ ਉਸ ਬੰਦੇ ਨਾਲ ਸਕੂਟਰ ਤੇ ਗਿਆ ਸੀ ਮੈਨੂੰ ਲੱਗਦਾ ਸੀ ਉਹ ਬੰਦਾ ਮੈਨੂੰ ਆਵਾਜ਼ ਮਾਰੂ ਮੇਰਾ ਦੋਸਤ ਹੈ ਉਹ ਮੈਨੂੰ ਲੈ ਕੇ ਗਿਆ ਪਰ ਉਹ ਬੰਦਾ ਫਿਰ ਮੁਰਗਿਆਂ 'ਚ ਬਿਜ਼ੀ ਹੋ ਗਿਆ ਤੇ ਮੈਂ ਪੂਰੀ ਨਫ਼ਰਤ ਨਾਲ ਭਰਿਆ ਹੋਇਆ ਮੈਂ 4 ਕਿਲੋਮੀਟਰ ਦਾ ਸਫ਼ਰ ਕੀਤਾ ਆਪਣੇ ਘਰ ਤੱਕ ਬਾਰਿਸ਼ ਹੋ ਰਹੀ ਸੀ ਸਿਆਲ ਦੇ ਦਿਨ ਸੀ ਤੇ ਘਰ ਤੱਕ ਉਹਨਾਂ ਮੈਂ ਭੇਜ ਗਿਆ ਹੂੰਗਾ ਪੂਰੀ ਤਰ੍ਹਾਂ ਤੇ ਫਿਰ ਮੇਰੇ ਮਨ 'ਚ ਉਸ ਰਾਤ ਬਹੁਤ ਡਿਸਟਰਬੈਂਸ ਰਹੀ ਮੈਂ ਕਿਸੇ ਨਾਲ ਸ਼ੇਅਰ ਨਹੀਂ ਸੀ ਕਰ ਸਕਦਾ ਤੇ ਉਸ ਰਾਤ ਜਿਹੜੀ ਕਵਿਤਾ ਮੈਂ ਲਿਖੀ ਉਸ ਕਵਿਤਾ ਦਾ ਪ੍ਰਸੰਗ 2-4 ਸਤਰਾਂ ਤੋਂ ਸਾਂਝੀ ਕਰੂੰਗਾ ਕਿ ਊਠਾਂ ਵਾਲੇ ਮੇਰੇ ਯਾਰੋ ਤੁਹਾਨੂੰ ਤੁਹਾਡੇ ਊਠ ਮੁਬਾਰਕ ਮੈਂ ਹਾਂ ਨੀਵੇਂ ਗੂੜੇ ਵਾਲਾ ਨਾਲ ਤੁਹਾਡੇ ਤੁਰ ਨਹੀਂ ਸਕਦਾ ਊਠਾਂ ਵਾਲੇ ਮੇਰੇ ਯਾਰੋ ਮੈਂ ਹਾਂ ਨੀਵੇਂ ਗੂੜੇ ਵਾਲਾ ਨਾਲ ਤੁਹਾਡੇ ਤੁਰ ਨਹੀਂ ਸਕਦਾ ਉਂਝ ਵੀ ਤੁਹਾਡੇ ਸਾਥ 'ਚ ਤੁਰਿਆ ਮੇਰਾ ਆਪਣਾ ਆਪ ਗਵਾਚੇ ਆਪਾ ਹੋਰ ਵੀ ਵਾਹੁਣਾ ਜਾਵੇ ਸੋ ਇਹ 4 ਸਤਰਾਂ 6 ਸਤਰਾਂ ਜਿਹੜੀਆਂ ਮੇਰੇ ਦਿਮਾਗ 'ਚ ਸਾਰੀਆਂ ਘੁੰਮਦੀਆਂ ਰਹੀਆਂ ਬੜੇ ਸਮੇਂ ਬਾਅਦ ਇਹ ਕਵਿਤਾ ਮੁਕੰਮਲ ਹੋਈ ਇਸੇ ਤਰ੍ਹਾਂ ਇੱਕ ਹੋਰ ਇਹ ਦਿੱਲੀ ਦਾ ਵਾਕਿਆ ਹੈ ਉਦੋਂ ਮੈਨੂੰ ਨੌਕਰੀ ਨਹੀਂ ਸੀ ਮਿਲੀ ਇੰਟਰਵਿਊ ਤੋਂ ਮੈਂ ਚਿੱਠੀ ਡੀਕ ਰਿਹਾ ਸੀ ਤੇ ਇਨ ਬਿਟਵੀਨ ਮੈਨੂੰ ਕਿਸੇ ਨੇ ਕਿਹਾ ਨੌਕਰੀਆਂ ਇਸ ਤਰ੍ਹਾਂ ਨਹੀਂ ਮਿਲਦੀਆਂ ਘਰ ਜਾ ਕੇ ਮਾੜਾ ਜਿਹਾ ਪਤਾ ਕਰ ਲੈ ਤੇ ਮੈਂ ਕਿਸੇ ਜਾਣਕਾਰ ਬੰਦਾ ਮੈਨੂੰ ਬਾਈ ਚਾਂਸ ਉਦੋਂ ਮੰਡੀ ਹਾਊਸ 'ਚ ਇੰਨਾ ਰੌਲਾ ਨਹੀਂ ਸੀ ਹੁੰਦਾ ਮੈਂ ਮੰਡੀ ਹਾਊਸ ਕਿਸੇ ਨੂੰ ਉਡੀਕ ਰਿਹਾ ਸੀ ਤੇ ਮੈਨੂੰ ਬੰਦਾ ਮੰਡੀ ਹਾਊਸ ਮਿਲ ਗਿਆ ਮੇਰਾ ਵਾਕਫ ਜਿਹੜਾ ਸੀ ਉਹਨੇ ਮੈਨੂੰ ਇਸ ਤਰ੍ਹਾਂ ਕਰਕੇ ਜਿਹਦੇ ਕੋਲ ਮੈਂ ਸੋਚਿਆ ਸੀ ਕਿ ਜਿਹਦੇ ਕੋਲ ਕੋਈ ਸਿਫਾਰਿਸ਼ ਦਾ ਪਤਾ ਕਰਾਂਗਾ ਵੀ ਕੋਈ ਕਿਸ ਤਰ੍ਹਾਂ ਨੌਕਰੀ ਮਿਲਦੀ ਹੈ ਕਿੱਦਾਂ ਕੋਈ ਪਤਾ ਕਰਾਂਗਾ ਉਹ ਬੰਦਾ ਮੈਨੂੰ ਇਸ ਤਰ੍ਹਾਂ ਕਰਕੇ ਨਿਕਲ ਗਿਆ ਉਸ ਕ੍ਰੋਸਿੰਗ 'ਤੇ ਮੰਡੀ ਹਾਊਸ ਦੀ ਕ੍ਰੋਸਿੰਗ 'ਤੇ ਮੈਨੂੰ ਖੜੇ ਖਲੋਤੇ ਤੇ ਮੇਰੇ ਮਨ 'ਚ ਉਸ ਰਾਤ ਕਵਿਤਾ ਆਈ ਪਲੇਟਫਾਰਮ 'ਤੇ ਜਦੋਂ ਮੈਂ ਵਾਪਸ ਆ ਰਿਹਾ ਸੀ ਦਿੱਲੀ ਤੋਂ ਮੇਰੇ ਮਨ 'ਚ ਕਵਿਤਾ ਆਈ ਕਿ ਖੱਬਾ ਹੱਥ ਮਿਲਾ ਕੇ ਮਿਲਿਆ ਮਿੱਤਰ ਮੇਰਾ ਆਖਣ ਲੱਗਾ ਕਾਲੀ ਵਿਛਾਂ ਫੇਰ ਮਿਲਾਂਗੇ ਖੈਰ ਸੁੱਖ ਪੁੱਛੀ ਤਾਂ ਕਹਿੰਦਾ ਪਤਨੀ ਦੇ ਨਾਲ ਇੱਟ ਖੜਿੱਕਾ ਮੁੱਕ ਗਿਆ ਹੈ ਅੱਜ ਕੱਲ ਇਕੱਲਾ ਹੀ ਰਹਿੰਦਾ ਨਾ ਘਰ ਵਿੱਚ ਨਹੀਂ ਕਾਹਵਾ ਕਰ ਮੇਰਾ ਹੋਰ ਕਿਸੇ ਨੂੰ ਇੰਤਜ਼ਾਰ ਹੈ ਗਿਲਾ ਕਰੀ ਨਾ ਫੇਰ ਮਿਲਾਂਗੇ ਮੈਂ ਚੌਂਕ ਦੀ ਨੁਕਰੇ ਲੱਗਾ ਖੜਾ ਖਲੋਤਾ ਸੋਚ ਰਿਹਾ ਹਾਂ ਸ਼ੁਕਰ ਕਿ ਭੀੜ ਭਰੇ ਇਸ ਸ਼ਹਿਰ 'ਚ ਅੱਧੀ ਉਹ ਹੰਡਾ ਚੁੱਕ ਕੇ ਵੀ ਮੇਰੇ ਨੈਣ ਨਕਸ਼ ਨਹੀਂ ਬਦਲੇ ਨਹੀਂ ਤਾਂ ਮਿੱਤਰ ਇਸ ਭੀੜ 'ਚੋਂ ਮੇਰਾ ਚਿਹਰਾ ਕਿੰਝ ਪਾਲਦਾ ਮੈਨੂੰ ਇੱਥੇ ਕਿੰਝ ਟੋਲਦਾ ਹੋਇਆ ਕੀ ਜੇ ਵੇਲ ਮਿਲੀ ਨਾ ਮਿਲ ਬੈਠਣ ਦੀ ਹੋਇਆ ਕੀ ਜੇ ਬਹੁਤ ਕਾਲ ਹੈ ਇਹ ਕੀ ਘਟ ਕੇ ਮੁੱਦਤ ਮਗਰੋਂ ਜਾਣ ਨੂੰ ਮਿਲਿਆ ਵਾਕਫ ਮਿਲਿਆ ਮਿਲ ਬੈਠਣ ਲਈ ਛੁੱਟੀ ਵਾਲਾ ਹੋਰ ਦਿਹਾੜਾ ਤੋੜ ਲਵਾਂਗੇ ਉਸਦੇ ਦੁੱਖ ਸੁੱਖ ਭੁੱਲ ਲਵਾਂਗੇ ਸੋ ਇਹ ਸਮਝੋ ਪਤਾ ਲੱਗ ਗਈ ਉਹ ਖੱਬੇ ਹੱਥ ਵਾਲਾ ਜਿਹੜਾ ਉਹਦਾ ਇਸ਼ਾਰਾ ਸੀ ਉਹ ਮੇਰੇ ਮਨ 'ਚ ਕਿਤੇ ਬੈਠ ਗਿਆ ਤੇ ਮੈਂ ਜਦੋਂ ਵਾਪਸ ਜਾ ਰਿਹਾ ਸੀ ਮੈਂ ਜਨਰਲ ਡੱਬੇ 'ਚ ਬੈਠਾ ਜਿੱਥੇ ਬਹੁਤ ਰਸ਼ ਸੀਗਾ ਬੜੀ ਗਰਮੀ ਸੀ ਇੰਨੀ ਭੀੜ 'ਚ ਬੈਠਿਆ ਜਿੱਥੇ ਲੋਕੀ ਆਪਣੇ ਕੋਲ ਧੀ ਕੋਲ ਜਾ ਰਿਹਾ ਕੋਈ ਪੁੱਤ ਕੋਲ ਜਾ ਰਿਹਾ ਕੋਈ ਵਾਪਸ ਜਾ ਰਿਹਾ ਕੋਈ ਫੌਜੀ ਸੀ ਬੈਠੇ ਹੋਏ ਜਿਹੜੇ ਛੁੱਟੀ ਕੱਟ ਕੇ ਜਾ ਰਿਹਾ ਸੀ ਉਹ ਆਪਣੀਆਂ ਕਹਾਣੀਆਂ ਸੁਣਾ ਰਿਹਾ ਸੀ
ਤੇ ਉਦੋਂ ਕਵੀ ਦੇ ਮਨ 'ਚ ਕਵਿਤਾ ਸੀ, ਇਹ ਜਿਹੜਾ ਖਿਆਲ ਸੀ ਇਹ ਕਿਤੇ ਕਵਿਤਾ ਦਾ ਰੂਪ ਲੈਣਾ ਸੀ ਇਹਨੇ। ਇਹ ਕਵਿਤਾਵਾਂ ਮੈਂ ਮਤਲਬ ਖਿਆਲ ਕਿਤੇ ਪੈਦਾ ਹੋ ਗਿਆ, ਮੈਂ 2-4 ਸਤਰਾਂ ਨੋਟ ਕਰ ਲਈਆਂ, ਪਈ ਰਹੀ ਉਹ ਮੇਰੇ ਜੇਨ 'ਚ ਕਵਿਤਾ ਤੁਰਦੀ ਰਹੀ। ਬੜੇ ਲੰਬੇ ਸਮੇਂ ਬਾਅਦ ਸਾਈਕਲ ਚਲਾਉਂਦਿਆਂ, ਸੈਰ ਕਰਦਿਆਂ, ਘਰ ਦੇ ਕੰਮ ਕਾਰ ਕਰਦਿਆਂ ਜਦੋਂ ਮੈਂ ਘੁੰਮਦਾ ਫਿਰਦਾ ਰਹਿੰਦਾ, ਉਹ ਕਵਿਤਾ ਮੇਰੇ ਨਾਲ ਤੁਰਦੀ ਰਹਿੰਦੀ ਹੈ, ਉਹ ਖਿਆਲ ਮੇਰੇ ਆਲੇ ਦੁਆਲੇ ਘੁੰਮਦਾ ਰਹਿੰਦਾ। ਕਿਤੇ ਨਾ ਕਿਤੇ ਆਣ ਕੇ ਉਹ ਕਵਿਤਾ ਜਿਹੜੀ ਆ ਉਹ ਮੁਕੰਮਲ ਫਿਰ ਹੋ ਜਾਂਦੀ ਹੈ। ਸੋ ਜਿਸ ਤਰ੍ਹਾਂ ਮੋਹਨ ਸਿੰਘ ਨੂੰ ਕਵਿਤਾ ਹੁੰਦੀ ਸੀ ਵੀ ਇੱਕੋ ਵਾਰ ਬੈਠਿਆ ਤੇ ਕਵਿਤਾ ਲਿਖਤੀ, ਉਹ ਕਵਿਤਾ ਮੈਂ ਨਹੀਂ ਲਿਖ ਸਕਿਆ। ਉਹ ਵੱਡੇ ਕਵੀ ਸੀ, ਅਨੁਭਵ ਵੱਡਾ ਸੀ, ਪਰ ਜਿਹਨਾਂ ਸਰੋਕਾਰਾਂ ਨਾਲ ਮੈਂ ਆਉਣ ਵਾਲੇ ਸਮੇਂ 'ਚ ਜੂਝਣਾ ਸੀ ਜਾਂ ਜੂਝ ਰਿਹਾ ਜਾਂ ਹੁਣ ਜੂਝ ਰਿਹਾ, ਉਹਨਾਂ ਦੇ ਸਰੋਕਾਰ ਬਹੁਤ ਤਰ੍ਹਾਂ ਦੇ ਸੀ। ਸੋ ਮੈਨੂੰ ਕਵਿਤਾ ਲਈ ਮਤਲਬ ਮੁੜਕਾ ਡੋਲਣਾ ਪੈਣਾ ਸੀ, ਉਹ ਅਨੁਭਵ ਦੀ ਪ੍ਰਮਾਣਿਕਤਾ ਜਿਹੜੀ ਲੱਭਣੀ ਪੈਣੀ ਸੀ। ਮੈਂ ਬਹੁਤ ਜਦੋਂ ਪਹਿਲੀ ਕਿਤਾਬ ਛਪਦੀ, ਭਾਖਿਆ ਕਿਤਾਬ ਛਪਦੀ ਹੈ, ਤੇ ਭਾਖਿਆ ਦੇ ਛਪਣ ਤੋਂ ਤੁਰੰਤ ਬਾਅਦ ਇੰਡੀਅਨ ਐਕਸਪ੍ਰੈਸ ਵਿੱਚ ਇੱਕ ਇੰਟਰਵਿਊ ਛਪਦੀ ਸੀ ਹਰ ਵੀਕ ਤੇ। ਉਹਦੇ 'ਚ ਕਿਸੇ ਕਲਾਕਾਰ ਬਾਰੇ, ਕਿਸੇ ਕਵੀ ਬਾਰੇ, ਕਿਸੇ ਹੋਰ ਸ਼ਖਸੀਅਤ ਬਾਰੇ ਲਗਾਤਾਰ ਛਪਦਾ ਸੀ। ਤੇ ਇੱਕ ਕਾਲਮ ਮੇਰੇ ਤੇ ਵੀ ਕਿਸੇ ਨੇ ਲਿਖਿਆ ਉਹ ਕਾਲਮ, ਤੇ ਉਹਦੇ 'ਚ ਉਹ ਬੰਦਾ ਮੈਨੂੰ ਪੁੱਛਦਾ ਕਿ ਜਦੋਂ ਤੁਸੀਂ ਇਹ ਕਵਿਤਾਵਾਂ ਲਿਖੀਆਂ, ਮੈਨੂੰ ਲੱਗਦਾ ਕਿ ਤੁਸੀਂ ਬਾਬਾ ਸਾਹਿਬ ਅੰਬੇਦਕਰ ਤੋਂ ਬਹੁਤ ਪ੍ਰਭਾਵਿਤ ਹੈ, ਤੁਸੀਂ ਉਹ ਪੜ੍ਹਿਆ ਹੋਣਾ ਸਾਰਾ। ਮੈਂ ਕਿਹਾ ਨਹੀਂ, ਮੈਂ ਕਿਹਾ ਅਸਲ 'ਚ ਜਦੋਂ ਇਹ ਕਵਿਤਾਵਾਂ ਲਿਖੋਈਆਂ, ਮੈਂ ਅੰਬੇਦਕਰ ਨੂੰ ਬਤੌਰ ਥਿੰਕਰ ਤਾਂ ਪੜ੍ਹਿਆ ਜਿੰਨਾ ਕਿ ਇੱਕ ਵਿਦਿਆਰਥੀ ਪੜ੍ਹਦਾ, ਪਰ ਮੈਂ ਉਹਨਾਂ ਦਾ ਕੋਈ ਸਮੁੱਚਾ ਪ੍ਰਭਾਵ ਜਿਹੜਾ ਉਹਨਾਂ ਦਾ ਜਿਹੜਾ ਉਹ ਮੈਂ ਨਹੀਂ ਲਿਆ। ਮੈਂ ਇਸ ਤਰ੍ਹਾਂ ਪੜ੍ਹਿਆ ਵੀ ਨਹੀਂ, ਮੈਂ ਉਹਨਾਂ ਨੂੰ ਪੜ੍ਹਿਆ ਜਿੰਨਾ ਸਿਲੇਬਸ ਦਾ ਹਿੱਸਾ ਹੋ ਸਕਦਾ, ਪਰ ਉਹ ਬੰਦਾ ਮੰਨਿਆ ਨਹੀਂ। ਮਤਲਬ ਉਹਨੂੰ ਕਾਫੀ ਲੱਗਿਆ ਵੀ ਇਹ ਝੂਠ ਬੋਲ ਰਿਹਾ। ਜਦੋਂ ਕਿਤਾਬ ਨਾਬਰਾਂ ਦੀ ਵਾਰਤ ਛਪੀ ਤੇ ਉਦੋਂ ਮੈਨੂੰ ਕਿਸੇ ਨੇ ਕਿਹਾ ਕਿ ਇਹ ਕਵਿਤਾਵਾਂ ਵਿੱਚ ਤੂੰ ਜਿਹੜੀ ਖੱਬੇ ਪੱਖੀ ਰਾਜਨੀਤੀ ਹੈ ਉਹਦੇ ਕਾਫੀ ਨੇੜੇ ਆ, ਜਿਹਨਾਂ ਮਤਲਬ ਮਾਰਕਸ ਤੇ ਤੇਰੀ ਸਟੱਡੀ ਹੋ ਸਕਦੀ ਹੈ ਕਿ ਤੂੰ ਮਾਰਕਸ ਨੂੰ ਪੜ੍ਹਿਆ। ਮੈਂ ਇੱਕਦਮ ਖੱਬੇ ਪੱਖੀ ਘੇਰੇ ਦੇ ਅਖਬਾਰ 'ਚ ਕੰਮ ਕਰਦਾ ਰਿਹਾ, ਉਹਨਾਂ ਦੋਸਤਾਂ ਨਾਲ ਸੰਪਰਕ ਵਿੱਚ ਰਿਹਾ, ਪਰ ਮੈਂ ਕੋਈ ਸਿੱਧਾ ਮਾਰਕਸ ਨੂੰ ਪੜ੍ਹਿਆ ਹੋਵੇ ਜਾਂ ਸਿੱਧਾ ਕੋਈ ਦਾਸ ਕੈਪੀਟਲ ਪੜ੍ਹ ਕੇ ਕੋਈ ਸਿਧਾਂਤ ਸਮਝਿਆ ਹੋਵੇ ਜਾਂ ਮੈਂ ਹੋਰ ਲਿਖਤਾਂ ਪੜ੍ਹੀਆਂ ਹੋਣ, ਇਸ ਤਰ੍ਹਾਂ ਦਾ ਕੁਛ ਨਹੀਂ ਸੀ। ਮੈਂ ਉਹਨੂੰ ਕਿਹਾ ਕਿ ਮੈਂ ਇੱਕ ਔਸਤ ਵਿਦਿਆਰਥੀ ਜਿੰਨਾ ਪੜ੍ਹਿਆ। ਹਾਲਾਂਕਿ ਜਦੋਂ ਮੈਂ ਬਾਅਦ 'ਚ ਪੜ੍ਹਨਾ ਸ਼ੁਰੂ ਕੀਤਾ, ਫਿਰ ਮੈਂ ਬਾਬਾ ਸਾਹਿਬ ਅੰਬੇਦਕਰ ਨੂੰ ਵੀ ਪੜ੍ਹਿਆ, ਤੇ ਮੈਂ ਜਿੰਨਾ ਇੱਕ ਲਿਟਰੇਚਰ ਦੇ ਸਟੂਡੈਂਟ ਨੂੰ ਮਾਰਕਸ ਬਾਰੇ ਪੜ੍ਹਨਾ ਚਾਹੀਦਾ ਉਹ ਵੀ ਪੜ੍ਹਨ ਦਾ ਯਤਨ ਕੀਤਾ, ਅੱਗੇ ਵੀ ਪੜ੍ਹਾਂਗਾ, ਪੜ੍ਹਦਾ ਰਹਾਂਗਾ। ਪਰ ਕੋਈ ਕਿਸੇ ਸਾਹਿਤ ਦੇ ਰੂਪ ਵਿੱਚ ਉਹਨੂੰ ਟ੍ਰਾਂਸਫਰ ਕਰ ਦਿੱਤਾ ਜਾਵੇ, ਕਵਿਤਾ ਵਿੱਚ ਕਿਸੇ ਸਿਧਾਂਤ ਨੂੰ ਇਸ ਤਰ੍ਹਾਂ ਰੂਪਾਂਤਰ ਕਰ ਦਿੱਤਾ ਜਾਵੇ, ਇਹ ਮੇਰੇ ਲਈ ਬੜਾ ਔਖਾ ਮਸਲਾ ਸੀ। ਮੇਰੇ ਲਈ ਮੇਰੇ ਸਮਾਜਿਕ ਸਰੋਕਾਰ ਜਿਹੜਾ ਮੇਰਾ ਜੀਵਨ, ਉਹ ਕਵਿਤਾ ਦੇ ਵਿੱਚ ਕਿੰਨਾ ਕੁ ਆਉਂਦਾ, ਕਿੰਨਾ ਕੁ ਨਹੀਂ ਆਉਂਦਾ, ਇਹ ਮਤਲਬ ਹਰਪ੍ਰੀਤ ਹੁਣੀ ਦੱਸ ਸਕਦੇ ਆ ਵੀ ਉਹ ਕਵਿਤਾ ਤੱਕ ਘੇਰੇ 'ਚ ਕਿੰਨੀਆਂ ਚੀਜ਼ਾਂ ਆ ਜਾਂਦੀਆਂ। ਮਤਲਬ ਕਵੀ ਲਈ ਬੜੀ ਥੋੜੀ ਸਪੇਸ ਹੁੰਦੀ, ਕਹਾਣੀ 'ਚ ਤੁਹਾਡੇ ਕੋਲ ਬਹੁਤ ਜ਼ਿਆਦਾ ਸਪੇਸ ਹੁੰਦੀ ਹੈ ਜਿੱਥੇ ਤੁਸੀਂ ਬਹੁਤ ਸਾਰੀਆਂ ਗੱਲਾਂ ਕਰ ਸਕਦੇ ਹੋ। ਕਵਿਤਾ ਵਿੱਚ ਕਹੇ ਨਾਲੋਂ ਅਣਕਿਹਾ ਜਿਹੜਾ ਉਹ ਜ਼ਿਆਦਾ ਛੱਡਣਾ ਹੁੰਦਾ, ਉਹਦੀ ਜਿਹੜੀ ਪੜ੍ਹਨ ਵਾਲੇ ਨੇ ਆਪਣੇ ਤੌਰ ਤੇ ਉਹਨੂੰ ਉਹਦੇ ਅਰਥ ਕੱਢਣੇ ਹੁੰਦੇ। ਡਾਕਟਰ ਮੈਨੂੰ ਉਹਦਾ ਦੱਸ ਦਿਓ, ਮੈਂ ਕਿੰਨੇ ਮਿੰਟ ਹੋਰ ਬੋਲਣਾ ਤੇ ਫਿਰ ਮੈਨੂੰ ਵਾਈਂਡ ਅਪ ਕਰਨ ਦੇ ਪਾਸੇ 10 ਮਿੰਟ ਤੱਕ। ਹਾਂ ਠੀਕ ਹੈ। ਇੱਕ ਜਿਹੜੀ ਮੈਂ ਖਾਸ ਤੌਰ ਤੇ ਵਿਦਿਆਰਥੀਆਂ ਲਈ ਜਿਹੜੀ ਗੱਲ ਕਰਨੀ ਹੈ, ਲੜਕੀਆਂ ਲਈ ਸਿਰਫ ਗੱਲ ਕਰਨੀ ਹੋਇਆ ਕਿ ਜਿਹੜਾ ਤੁਸੀਂ ਸਾਹਿਤ ਪੜ੍ਹਦੇ ਆ, ਤੁਸੀਂ ਸਿਰਫ ਨਾਵਲ, ਕਵਿਤਾ, ਕਹਾਣੀ ਨਹੀਂ ਪੜ੍ਹਦੇ। ਜਿਹੜਾ ਵਿਦਿਆਰਥੀ ਸਾਹਿਤ ਪੜ੍ਹ ਰਿਹਾ, ਉਹ ਸਾਹਿਤ ਦੇ ਨਾਲ ਨਾਲ ਸਮਾਜ ਨੂੰ ਪੜ੍ਹ ਰਿਹਾ ਹੁੰਦਾ, ਸਾਹਿਤ ਦੇ ਰੂਪ 'ਚ ਸਮਾਜ ਦੀ ਰਾਜਨੀਤੀ ਨੂੰ ਪੜ੍ਹ ਰਿਹਾ ਹੁੰਦਾ, ਭੂਗੋਲ ਪੜ੍ਹ ਰਿਹਾ ਹੁੰਦਾ, ਮਨੋਵਿਗਿਆਨ ਪੜ੍ਹ ਰਿਹਾ ਹੁੰਦਾ, ਸਮਾਜ ਦਰਸ਼ਨ ਦੀਆਂ ਸਾਰੀਆਂ ਪਰਤਾਂ ਪੜ੍ਹ ਰਿਹਾ ਹੁੰਦਾ। ਕੱਲਾ ਤੁਸੀਂ ਇਹ ਸੋਚ ਲਓ ਵੀ ਜੇ ਕੋਈ ਕੱਲਾ ਵਿਦਿਆਰਥੀ ਜਿਹੜਾ ਕੀ ਪੜ੍ਹ ਰਿਹਾ, ਮੈਂ ਉਦਾਹਰਨ ਵੀ ਕੋਈ ਦੇਣੀ ਹੋਵੇ, ਤੁਸੀਂ ਸੰਗਰਾਮ ਚਾਤਕ ਦੀਆਂ ਕਵਿਤਾਵਾਂ ਪੜ੍ਹੋ, ਗੁਰਮਤ ਸਿੰਘ ਮੁਸਾਫਰ ਦੀ ਕਵਿਤਾ ਪੜ੍ਹੋ, ਪ੍ਰੋਫੈਸਰ ਮੋਹਨ ਸਿੰਘ ਪੜ੍ਹੋ, ਅਵਤਾਰ ਸਿੰਘ ਆਜ਼ਾਦ ਪੜ੍ਹੋ, ਹੋਰ ਅੱਗੇ ਚਲੇ ਜਾਓ ਜੇ ਆਉਣਾ ਹੋਵੇ ਤੁਸੀਂ ਸਰਜੀਤ ਪਾਤਰ ਨੂੰ ਪੜ੍ਹੋ, ਉਹਦੀ ਨਵੀਂ ਕਿਤਾਬ ਇਹਨਾਂ ਦਿਨਾਂ ਚਾਹੀ ਹੈ, ਬਾਤ ਨਰੀ ਇੰਨੀ ਨੇ ਕਿਸਾਨੀ ਅੰਦੋਲਨ ਬਾਰੇ। ਤੁਸੀਂ ਦੇਖੋਗੇ ਨਾ ਕਵੀਆਂ ਵੱਡਿਆਂ ਨੂੰ ਪੜ੍ਹ ਕੇ, ਪਾਸ ਨੂੰ ਪੜ੍ਹ ਕੇ ਦੇਖਦੇ ਆ, ਲਾਲ ਸਿੰਘ ਦਿਲ ਨੂੰ ਪੜ੍ਹਦੇ ਆ, ਉਦਾਸੀ ਨੂੰ ਪੜ੍ਹਦੇ ਆ ਜਾਂ ਜਗਤਾਰ ਨੂੰ ਪੜ੍ਹਦੇ ਆ, ਵੀ ਉਹ ਕੱਲੀ ਕਵਿਤਾ ਲਿਖ ਰਹੇ ਹੁੰਦੇ। ਪਾਤਰ ਦਾ ਸ਼ੇਰ ਹੈ ਕਿ ਲੱਗੀ ਜੇ ਤੇਰੇ ਕਾਲ ਜੇ ਹਾਲੇ ਛੁਰੀ ਨਹੀਂ, ਤਾਂ ਸਮਝਣਾ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ। ਹੁਣ ਇਹ ਸਾਡੇ ਸਾਹਮਣੇ ਫਰੇਮ 'ਚ ਕੀ ਹੁੰਦਾ ਸੀ, ਜਦੋਂ ਇਹ
ਸ਼ਬਦ ਪੜ੍ਹੇ, ਇਹ ਸਤਰਾਂ ਪੜ੍ਹੀਆਂ, ਤੁਹਾਡੇ ਸਾਹਮਣੇ ਫੋਕਸ ਵਿੱਚ ਕਿਹੜੀ ਚੀਜ਼ ਹੈ? सर जी डॉक्टर जगतार की कोई कविता याद है? ਮੈਂ ਇੱਕ ਸ਼ੇਰ ਸੁਣਾਉਂਦਾ, ਮੈਂ ਬਾਈ ਚਾਂਸ ਮੈਂ ਸੁਣਾਉਣਾ ਸੀ। हाँ जी। ਜਦੋਂ ਪੰਜਾਬ ਦੇ ਹਾਲਾਤ ਬਹੁਤੇ ਖਰਾਬ ਸੀ ਤੇ ਪੰਜਾਬੀ ਦੀ ਕਵਿਤਾ ਜਿਹੜੀ ਆ ਉਹ ਹਾਲਾਤਾਂ ਦੀ ਚਿੱਤਰਕਸ਼ੀ ਕਰ ਰਹੀ ਸੀ, ਤੇ ਡਾਕਟਰ ਜਗਤਾਰ ਉਹਨਾਂ ਦਾ ਇੱਕ ਸ਼ੇਰ ਸੀ ਕਿ मैं उन्होंने विद्यार्थी हैं। ਬਹੁਤ ਅੱਛਾ ਲੱਗਿਆ ਸੁਣ ਕੇ। हाँ जी। मैं जसवंत सिंह बेदी होना तुझे पढ़िया जी, ਹਾਂਜੀ ਹਾਂਜੀ दिदार सिंह होना तुझे पढ़िया जी, प्रेतपाल होना तुझे पढ़िया जी। मैं भी गवर्नमेंट वाले यही चाहता हूँ। ਬਹੁਤ ਬਹੁਤ ਅੱਛਾ ਲੱਗਿਆ। हाँ जी। ਜਗਤਾਰ ਉਹਨਾਂ ਦੇ ਸ਼ੇਰ ਸੀ, ਉਹ ਬਹੁਤ ਹਾਲਾਤ ਖਰਾਬ ਸੀ। ਉਹ ਸੀ ਕਿ ਕਾਤਲਾਂ ਰਲਣਾ ਹੀ ਸੀ, ਕਾਤਲਾਂ ਰਲਣਾ ਹੀ ਸੀ, ਸੋ ਰਲ ਗਏ ਸ਼ਾਹਾਂ ਦੇ ਨਾਲ। ਕਾਤਲਾਂ ਰਲਣਾ ਹੀ ਸੀ, ਸੋ ਰਲ ਗਏ ਸ਼ਾਹਾਂ ਦੇ ਨਾਲ, ਪਰ ਕਿਉਂ ਰਲੀਆਂ ਨੇ ਦਰਗਾਹਾਂ ਕਤਲਗਾਹਾਂ ਦੇ ਨਾਲ। ਪਰ ਕਿਉਂ ਰਲੀਆਂ ਨੇ ਦਰਗਾਹਾਂ ਕਤਲਗਾਹਾਂ ਦੇ ਨਾਲ। ਸੋ ਕਵੀ ਕਤਲਗਾਹਾਂ ਨਾਲ, ਦਰਗਾਹਾਂ ਨਾਲ, ਕਾਤਲਾਂ ਨਾਲ ਜਦੋਂ ਆਪਣੇ ਜਿਹੜੇ ਸੰਬੰਧ ਜੋੜਦਾ ਹੈ, ਉਹ ਦੇਖਣ ਦੀ ਗੱਲ ਹੈ ਵੀ ਉਹ ਇਕੱਲੇ ਉਹ ਸੰਬੰਧ ਨਹੀਂ ਹੁੰਦੇ। ਤੁਸੀਂ ਕੋਈ ਵੱਡਾ ਨਾਵਲ ਪੜ੍ਹਦੇ ਹੋ, ਕੋਈ ਵੱਡਾ ਨਾਵਲ ਤੁਸੀਂ ਸ਼ੁਰੂ ਕਰਦੇ ਆ, ਸਿਲੇਬਸ ਵਿੱਚ ਲੱਗਿਆ ਹੋਇਆ, ਸਿਲੇਬਸ ਤੋਂ ਬਾਹਰਲਾ, ਤੁਸੀਂ ਦੇਖੋ ਵੀ ਕੋਈ ਵੀ ਨਾਵਲ ਜਿਹੜਾ ਉਹਦੇ ਵਿੱਚ 150-200 ਪਾਤਰ ਜਿਹੜਾ ਆ ਉਹ ਨਾਵਲ ਦਾ ਹਿੱਸਾ ਹੈ। ਮੁੱਖ ਪਾਤਰ ਦੇ ਆਲੇ ਦੁਆਲੇ ਉਹਦੇ ਚਾਚੇ ਤਾਏ, ਪਿੰਡ ਦੇ ਰਿਸ਼ਤੇ, ਜਿਹੜੇ ਵਪਾਰਕ ਰਿਸ਼ਤੇ, ਸੰਚਾਰ ਹੁੰਦੇ, ਮੰਡੀ ਦੇ ਰਿਸ਼ਤੇ, ਸ਼ਹਿਰ ਦੇ ਰਿਸ਼ਤੇ, ਉਹਦੇ ਆਪਸੀ ਪ੍ਰੇਮ ਸੰਬੰਧ, ਪਤਨੀ ਨਾਲ, ਭੈਣ ਨਾਲ, ਮਾਤਾ ਨਾਲ ਜਿਹੜੇ ਉਹਦੇ ਸੰਬੰਧ ਹੈ, ਸਮਾਜਿਕ ਸੰਬੰਧ ਜਿਹੜੇ ਵੱਖਰੇ ਵੱਖਰੇ ਕਿਸ ਤਰ੍ਹਾਂ ਦੇ ਆਉਂਦੇ ਸੰਬੰਧ, ਉਹਨਾਂ ਸੰਬੰਧਾਂ ਨੂੰ ਲੈ ਕੇ ਹੁਣ ਦੇਖੋ ਉਹਦੇ 'ਚੋਂ ਮਨੁੱਖੀ ਰਿਸ਼ਤਿਆਂ ਦੀ ਗੱਲ ਆ, ਕਿਰਤ ਦੀ ਗੱਲ ਆ, ਸਮਾਜ ਦੀ ਸੰਚਾਲਨ ਸ਼ਕਤੀਆਂ ਦੀ ਗੱਲ ਆ। ਅੱਛਾ, ਉਹਨਾਂ ਪਾਤਰਾਂ ਵਿੱਚ ਕੋਈ ਬਿਮਾਰ ਆ ਰਿਹਾ। ਮੈਂ ਟੋਲਸਟਾਏ ਦਾ ਨਾਵਲ ਜਦੋਂ ਜੰਗ ਜਾਮਨ ਪੜ੍ਹਦਾ ਸੀ, ਜੰਗ ਤੇ ਅਮਨ, ਹਿੰਦੀ 'ਚ ਪੜ੍ਹਿਆ ਸੀ ਪਹਿਲੀ ਵਾਰ ਇਹ ਨਾਵਲ, ਮੈਂ ਔਖਾ ਲੱਗਿਆ ਸੀ ਮੈਨੂੰ। ਉਹਦੇ 'ਚ ਹੁਣ 572 ਪਾਤਰ ਹੈ, ਕੋਈ ਥੋੜੇ ਜ਼ਿਆਦਾ ਹੀ ਹੋ ਸਕਦੇ ਅੱਗੇ ਪਿੱਛੇ। ਹੁਣ ਉਹਦੇ 'ਚ ਡਾਕਟਰ ਆ, ਬਿਮਾਰ ਆ, ਮਾਨਸਿਕ ਰੋਗੀ ਆ, ਜਗੀਰਦਾਰ ਆ, ਗੁਲਾਮ ਆ, ਬੱਗੀ ਚਲਾਉਣ ਵਾਲੇ ਆ, ਕਾਮੇ ਆ, ਅਖਬਾਰ ਕੱਢਣ ਵਾਲੇ ਆ, ਰਾਜ ਚਲਾਉਣ ਵਾਲੇ ਆ, ਹਜ਼ਾਰਾਂ ਪਾਤਰ ਨੇ ਉਹ ਜਿਹੜੇ 572 ਪਾਤਰ ਹੈ। ਕਿਸੇ ਦਾ ਸਿਰ ਦਰਦ ਹੈ, ਕਿਸੇ ਨੂੰ ਕੁਛ ਆ, ਤੇ ਤੁਸੀਂ ਉਹਨਾਂ ਪਾਤਰਾਂ ਨੂੰ ਜਦੋਂ ਫੀਲਿੰਗ ਦੇਖਦੇ ਉਹਨਾਂ ਦੀਆਂ, ਤੁਹਾਡੇ ਸਾਹਮਣੇ ਪੂਰੇ ਦਾ ਪੂਰਾ ਸਮਾਜ ਹੁੰਦਾ। ਇਸ ਕਰਕੇ ਤੁਸੀਂ ਇਕੱਲੀ ਚੀਜ਼ ਨਹੀਂ ਪੜ੍ਹ ਰਹੇ ਹੁੰਦੇ। ਮੈਂ ਰੂਸ ਨੂੰ ਸਮਝਣਾ ਹੋਵੇ, ਜਿੰਨਾ ਯੂਕਰੇਨ ਦੀ ਲੜਾਈ ਲੱਗੀ ਹੋਈ ਆ, ਮੇਰੇ ਲਈ ਯੂਕਰੇਨ ਜਿਹੜਾ ਮੈਂ ਕਿਤਾਬਾਂ 'ਚ ਪੜ੍ਹਿਆ ਹੋਇਆ, ਮੇਰੇ ਲਈ ਮੈਂ ਮਾਸਕੋ ਜਦੋਂ ਪੜ੍ਹਿਆ, ਮਾਸਕੋ ਨੂੰ ਮੈਂ ਕਦੀ, ਮੈਨੂੰ ਨਹੀਂ ਪਤਾ ਵੀ ਮਾਸਕੋ ਦਾ ਨਕਸ਼ਾ ਕਿਸ ਤਰ੍ਹਾਂ ਦਾ ਹੋਊਗਾ, ਪਰ ਮੈਂ ਮਾਸਕੋ ਦੀਆਂ ਸੜਕਾਂ ਜਿਹੜੀਆਂ ਦੇਖੀਆਂ ਉਹ ਮੈਂ ਉਹਦੀ ਫਿਕਸ਼ਨ ਨਹੀਂ ਦੇਖੀ। ਮੈਨੂੰ ਉਹਨਾਂ ਸੜਕਾਂ ਦੀਆਂ ਉਹ ਜੇ ਰਸੂਲ ਹਮਜ਼ਾ ਤੋਂ ਉਹਨੂੰ ਪੜ੍ਹਦੇ ਤੁਹਾਨੂੰ ਉਹ ਪਹਾੜੀਆਂ ਚੇਤੇ ਆ ਜਾਂਦੀਆਂ, ਉਹ ਚੋਅ ਚੇਤੇ ਆ ਜਾਂਦੇ ਆ, ਉਹ ਨਦੀਆਂ ਚੇਤੇ ਆ ਜਾਂਦੀਆਂ, ਝੀਲਾਂ ਚੇਤੇ ਆਉਂਦੀਆਂ, ਉਹ ਬਾਗ ਚੇਤੇ ਆ ਜਾਂਦੇ ਜਿਹੜੇ ਉੱਥੇ ਉਹਨਾਂ ਪਹਾੜੀਆਂ ਦੇ ਸਿਖਰਾਂ ਤੇ ਰਹਿੰਦੇ ਆ। ਤੇ ਉਹ ਜਿਹੜੇ ਉਹ ਕੀ ਚੀਜ਼ਾਂ ਹੈਗੀਆਂ, ਉਹ ਚੀਜ਼ਾਂ ਜਿਹੜੀਆਂ ਤੁਹਾਡੇ ਸਾਹਮਣੇ ਇੱਕ ਤਰ੍ਹਾਂ ਸਨਮੁਖ ਹੋ ਜਾਂਦੀਆਂ, ਤੁਹਾਡੇ ਜਿੱਦਾਂ ਤੁਸੀਂ ਫਿਲਮ ਚੱਲਦੀ ਆ, ਬਹੁਤ ਸਾਰੀਆਂ ਚੀਜ਼ਾਂ ਵਿਜ਼ੂਅਲਾਈਜ਼ ਹੋ ਜਾਂਦੀਆਂ ਪੜ੍ਹਦਿਆਂ ਤੁਹਾਡੇ ਸਾਹਮਣੇ। ਸੋ ਜਦੋਂ ਮੈਂ ਇਹ ਕਹਿੰਦਾ ਕਿ ਸਾਹਿਤ ਦਾ ਵਿਦਿਆਰਥੀ ਇਕੱਲਾ ਕਵਿਤਾ ਜਾਂ ਕਹਾਣੀ ਨਹੀਂ ਪੜ੍ਹ ਰਿਹਾ ਹੁੰਦਾ, ਇਕੱਲੇ ਵਿਚਾਰ ਨਹੀਂ ਪੜ੍ਹ ਰਿਹਾ ਹੁੰਦਾ, ਉਹਦੇ ਸਾਹਮਣੇ ਇੱਕ ਕਲਪਨਾ ਦਾ ਸੰਸਾਰ ਹੁੰਦਾ ਜਿਹਦਾ ਇੱਕ ਯਥਾਰਥਕ ਰੂਪ ਤੁਹਾਡੇ ਸਾਹਮਣੇ ਤੈਰ ਰਿਹਾ ਹੁੰਦਾ, ਤੁਸੀਂ ਉਹਨੂੰ ਫੜਨਾ ਹੁੰਦਾ। ਵੈਸੇ ਸਾਹਿਤ ਬੰਦੇ ਨੂੰ ਸੂਖਮ ਬਣਾ ਦਿੰਦਾ। ਮੈਨੂੰ ਨਹੀਂ ਪਤਾ ਜਿਹੜੇ ਬੰਦੇ ਕਿਤਾਬਾਂ ਨਹੀਂ ਪੜ੍ਹਦੇ ਉਹ ਕਿੱਦਾਂ ਦੇ ਹੁੰਦੇ ਆ, ਪਰ ਜਿਹੜੇ ਪੜ੍ਹਦੇ ਆ ਉਹਨਾਂ ਵਿੱਚ ਕਿਸੇ ਵਿਚਾਰ ਨੂੰ ਸਮਝਣ ਦੀ, ਸਿੱਖਣ ਦੀ, ਪ੍ਰਗਟਾਉਣ ਦੀ ਜਿਹੜੀ ਯੋਗਤਾ ਹੈ ਉਹ ਥੋੜੇ ਨਾਲੋਂ ਵੱਖਰੀ ਹੋਵੇ। ਇੱਕ ਦੁਨੀਆ ਦਾ ਪ੍ਰਸਿੱਧ ਨਾਵਲ ਹੈ ਡਾਕਟਰ ਹਰਪ੍ਰੀਤ ਹੋਣਾ, ਮੈਂ ਕਿਤੇ ਬਾਅਦ ਚ ਗੱਲ ਕਰ ਲਿਓ ਤੁਸੀਂ, ਯੂਰਕਾ ਦਾ ਗ੍ਰੀਕ, ਉਹਦਾ ਇੱਕ ਪਾਤਰ ਸਧਾਰਨ ਪਾਤਰ ਆ, ਵਾਇਲਨ ਵਜਾਉਂਦਾ ਸੀ, ਬੌਂਸਰੀ ਸਾਜ਼ ਵਜਾਉਂਦਾ। ਉਹ ਤੋਂ ਸਾਰੇ ਬੰਦੇ ਜਿਹੜੇ ਆ ਬਹੁਤ ਹੈਰਾਨ ਆ ਕਿ ਇਹ ਬੰਦਾ ਥੱਕਦਾ ਹੀ ਨਹੀਂ ਕੰਮ ਕਰਦਾ। ਉਹ ਇੱਕ ਸੂਤਰ ਦੱਸਦਾ ਨਾ ਥੱਕਣ ਦਾ, ਉਹ ਕਹਿੰਦਾ ਮੈਂ ਜਿਹੜੇ ਵੀ ਕੰਮ ਨੂੰ ਹੱਥ ਪਾਉਣਾ ਨਾ, ਮੈਂ ਉਹ ਕੰਮ ਕਰਦਾ ਇੰਜੋਏ ਕਰਦਾ। ਤੇ ਜੇ ਵੀ ਕੋਈ ਕੰਮ ਕਰਨ ਲੱਗਿਆ ਬੰਦਾ ਇੰਜੋਏ ਕਰਨ ਲੱਗ ਪਿਆ, ਪੜ੍ਹਨ ਲੱਗਿਆ, ਪੜ੍ਹਾਉਣ ਲੱਗਿਆ, ਕੋਈ ਕੰਮ ਕਰਨ ਲੱਗਿਆ, ਜੇ ਉਹ 'ਚੋਂ ਬੰਦੇ ਨੂੰ ਆਨੰਦ ਆਉਣ ਲੱਗ ਪਏ ਤੇ ਉਹ ਥੱਕੇਗਾ, ਸੱਚੀ ਮੁੱਚੀ ਨਹੀਂ ਥੱਕੇਗਾ। ਜਦੋਂ ਮੈਂ ਨੈਸ਼ਨਲ ਟਰਸਟ ਵਿੱਚ ਗਿਆ ਨਾ, ਮੈਂ ਅਖਬਾਰ 'ਚੋਂ ਕੰਮ ਕਰਦਾ ਗਿਆ ਸੀ। ਅਖਬਾਰ ਦੀਆਂ ਸਾਡੀਆਂ ਪ੍ਰਾਈਵੇਟ ਅਖਬਾਰਾਂ 'ਚ ਕੋਈ ਟਾਈਮ ਦੀ ਲਿਮਿਟ ਨਹੀਂ ਹੁੰਦੀ, ਜਿਹੜਾ ਬੰਦਾ ਕੰਮ ਕਰਦਾ ਉਹਨੂੰ ਲਗਾਤਾਰ ਕਰਨਾ ਪੈਂਦਾ। ਹੁਣ ਤੇ ਅਖਬਾਰਾਂ ਦੇ ਕੰਮ ਵੀ ਬੜੇ ਸੌਖੇ ਹੋ ਗਏ। ਹੁਣ ਤੇ ਅਖਬਾਰਾਂ ਦੇ ਕੰਮ ਹੈ ਸਾਡੇ ਸਾਹਮਣੇ, ਬਣੀਆਂ ਬਣਾਈਆਂ ਖਬਰਾਂ ਆ ਜਾਂਦੀਆਂ।
ਜਿਨ੍ਹਾਂ ਦਿਨਾਂ 'ਚ ਮੈਂ ਅਖਬਾਰ 'ਚ ਕੰਮ ਕਰ ਰਿਹਾ ਸੀ ਉਦੋਂ ਤੁਹਾਡੇ ਕੋਲ ਬਣੀ ਹੋਈ ਖਬਰ ਕੋਈ ਨਹੀਂ ਸੀ ਹੁੰਦੀ। ਟੈਲੀਪ੍ਰਿੰਟ ਤੇ ਟਿਕ ਟਿਕ ਸਾਡੇ ਦਿਮਾਗ ਕੱਟ ਰਹੀ ਤੁਹਾਡਾ। ਇੱਕ ਵੱਡੀ ਖਬਰ ਜਿਹੜੀ ਸੀ 2.5-3 ਪੇਜ ਦੀ ਉਹ ਤੁਹਾਡੇ ਸਾਹਮਣੇ ਆਉਂਦੀ ਸੀ, ਤੁਸੀਂ ਉਹ ਅਨੁਵਾਦ ਕਰਨੀ ਹੁੰਦੀ ਸੀ, ਅਨੁਵਾਦ ਕਰਕੇ ਉਹਨੂੰ ਬਰੀਫ ਕਰਨਾ ਹੁੰਦਾ ਸੀ, ਫਿਰ ਉਹਦਾ ਹੈਡਿੰਗ ਕੱਢਣਾ ਸੀ ਤੇ ਹੈਡਿੰਗ ਜਿਹੜਾ ਆ ਇਹ ਤੈਅ ਕਰਨਾ ਸੀ ਸੰਪਾਦਕ ਨੇ ਵੀ ਪਹਿਲੇ ਪੇਜ ਤੇ ਲੱਗੂਗੀ ਖਬਰ ਜਾਂ ਤੀਜੇ ਤੇ ਲੱਗੂਗੀ। ਤੁਹਾਡਾ ਜਿਹੜਾ ਸਬ ਐਡੀਟਰ ਦਾ ਕੰਮ ਹੁੰਦਾ ਸੀ ਇਸ ਤਰ੍ਹਾਂ ਹੁੰਦਾ ਸੀ, ਤੁਸੀਂ ਉਹ ਖਬਰਾਂ ਜਿਹੜੀਆਂ ਬਣਾਉਣੀਆਂ ਹੁੰਦੀਆਂ ਸੀ ਅਨੁਵਾਦ ਕਰਨਾ ਹੁੰਦਾ ਸੀ, ਵੱਡੀ ਦਾ ਛੋਟੀ ਦਾ, ਫਿਰ ਉਹਨੂੰ ਰੈਲੇਵੈਂਸ ਕੱਢਣੀ, ਹੈਡਿੰਗ ਕੱਢਣੀ ਤੇ ਫਿਰ ਜਿਹੜਾ ਅਖੀਰ ਤੇ ਉਹਦਾ ਜਿਹੜਾ ਸੀ ਪੇਜ ਫਾਈਨਲ ਜਦੋਂ ਹੋਣਾ ਹੁੰਦਾ ਸੀ ਉਹ 'ਚੋਂ ਉਦੋਂ ਤੁਹਾਡੀ ਸਰਦਰਦੀ ਬਹੁਤ ਜ਼ਿਆਦਾ ਹੁੰਦੀ ਜਦੋਂ ਤੱਕ ਪੇਜ ਨਹੀਂ ਬਣ ਜਾਂਦਾ। ਹੁਣ ਅਖਬਾਰਾਂ ਦਾ ਕੰਮ ਬੜਾ ਸੌਖਾ ਹੋ ਗਿਆ। ਹੁਣ ਜਿਹੜਾ ਖਬਰਾਂ ਜਿਹੜੀਆਂ ਹੈਗੀਆਂ ਨਾਲ ਹੀ ਕੰਪੋਜ਼ ਹੁੰਦੀਆਂ। ਹੁਸ਼ਿਆਰਪੁਰ ਦੀਆਂ ਖਬਰਾਂ ਤੁਸੀਂ ਕਿਤੇ ਪ੍ਰੈਸ ਨੋਟ ਆਪੀ ਥੋੜੀ ਵੀ ਭੇਜਦੇ ਹੋਣਗੇ, ਅਸੀਂ ਵੀ ਕਦੀ ਕਦੀ ਭੇਜੀਦਾ। ਉਹ ਜਿਹੜੀ ਖਬਰ ਟਾਈਪ ਕਰਕੇ ਫਾਰਮੈਟ ਬਣਾ ਕੇ ਵਰਡ ਵਿੱਚ ਫਾਈਨਲ ਕਰ ਦਿੰਦੀ ਆ, ਸੰਪਾਦਕ ਉਹ 'ਚੋਂ ਅੱਖਰ ਨਹੀਂ ਕੱਟਦਾ, ਐਜ਼ ਇਟ ਇਜ਼ ਜਿਹੜੀ ਆ ਉਹ ਖਬਰ ਜਿਹੜੀ ਆ ਉਹ ਸਪੇਸ ਦੇਖਦਾ ਕਰਕੇ ਉੱਥੇ ਉਹ ਫਿੱਟ ਕਰਦਾ। ਤੇ ਪਹਿਲਾਂ ਮਤਲਬ ਇਸ ਤਰ੍ਹਾਂ ਦਾ ਕੰਮ ਨਹੀਂ ਸੀ, ਪਹਿਲਾਂ ਥੋੜਾ ਔਖਾ ਸੀ। ਤੇ ਜਦੋਂ ਮੈਂ ਐਨਵੀਟੀ 'ਚ ਗਿਆ ਤੇ ਉੱਥੇ ਐਨਵੀਟੀ 'ਚ ਟੇਬਲ ਤੇ ਬੈਠ ਕੇ 9 ਵਜੇ ਤੋਂ 5 ਵਜੇ ਤੱਕ ਕੰਮ ਕਰਨਾ ਸੀ, ਮੇਰੀ ਡਿਊਟੀ ਸੀ। ਤੇ ਮੈਂ ਦੇਖਣਾ ਕਿ ਜਿਹੜਾ ਕੰਮ ਮੈਨੂੰ ਮਿਲਦਾ ਸੀ, ਟਾਸਕ ਮੈਨੂੰ ਮਿਲਿਆ 18 ਜੋ 20 ਕਿਤਾਬਾਂ ਛਪਦੀਆਂ ਸੀ ਸਾਲ ਦੇ ਵਿੱਚ। ਮੈਨੂੰ ਲੱਗਿਆ ਵੀ 18 ਕਿਤਾਬਾਂ ਕੀ, ਜਿਹੜਾ ਬੰਦਾ ਸਾਰਾ ਦਿਨ ਪ੍ਰੂਫ ਪੜ੍ਹਦਾ ਹੋਵੇ ਅਖਬਾਰ ਦੇ ਵਿੱਚ ਥੋੜੇ ਜਿਹੇ ਤਨਖਾਹ ਦੇ, ਉਹਨੂੰ ਇੰਨੇ ਪੈਸੇ ਮਿਲ ਜਾਣ ਸਰਕਾਰੀ ਤੌਰ ਤੇ, ਉਹ ਇੰਨਾ ਉਹਦੇ 'ਚ ਹੋਵੇ ਵੀ ਮੈਂ 3 ਘੰਟਿਆਂ 'ਚ ਕੰਮ ਕਰੂੰਗਾ, ਮੈਂ 8 ਘੰਟੇ ਲਾਵਾਂ ਕੰਮ। ਤੇ ਮੈਨੂੰ ਲੱਗਦਾ ਸੀ ਕਿ ਇਹ ਕੰਮ ਜਿਹੜਾ ਇਹ ਜ਼ਿਆਦਾ ਹੋਣਾ ਚਾਹੀਦਾ। ਮੈਂ 32 ਕਿਤਾਬਾਂ ਪਹਿਲੇ ਸਾਲ ਛਾਪੀਆਂ, ਜੋ ਕਿ ਪਹਿਲਾਂ 18 ਜਾਂ 19 ਛਾਪੀਆਂ। ਮੈਨੂੰ ਕਿਸੇ ਨੇ ਕਿਹਾ ਕਿ ਇਹਨੂੰ ਮੇਨਟੇਨ ਕਰ ਰੱਖੇਗਾ, ਮੈਂ ਕਿਹਾ ਬਿਲਕੁਲ ਕਰਾਂਗਾ, ਇਹਨੂੰ ਕਿਉਂ ਨਾ ਮੇਨਟੇਨ ਕਰਾਂਗਾ, ਵੀ ਪੈਸੇ ਮਿਲਦੇ ਨੇ। ਹਾਲਾਂਕਿ ਉਹ ਵੀ ਮੈਨੂੰ ਲੱਗਦਾ ਸੀ ਮੈਂ ਘੱਟ ਛਾਪੀਆਂ, ਮਤਲਬ ਮੈਂ ਸਾਲ 'ਚ ਇਸ ਤੋਂ ਵੱਧ ਛਾਪ ਸਕਦਾ ਸੀ ਕਿਤਾਬਾਂ ਜਿਹੜੀਆਂ ਸੀ। ਉਹਦਾ ਸੀ ਕਿ ਮੈਨੂੰ ਉਸ ਕੰਮ ਵਿੱਚ ਇੰਜੋਏ ਕਰਦਾ ਸੀ, ਮੈਨੂੰ ਚੰਗਾ ਲੱਗਦਾ ਸੀ ਵੀ ਇਹ ਕਿਤਾਬਾਂ ਮੈਂ ਅਨੁਵਾਦ ਪੜ੍ਹ ਰਿਹਾ ਕਿਸੇ ਦਾ ਕੀਤਾ ਹੋਇਆ, ਸ਼ਬਦ ਚੈੱਕ ਕਰ ਰਿਹਾ, ਕੋਈ ਕਿਤਾਬ ਐਡਿਟ ਕਰ ਰਿਹਾ, ਕਿਤੇ ਸੰਪਾਦਕੀ ਲਿਖ ਰਿਹਾ, ਕੋਈ ਰਾਈਟਰ ਦਾ ਨੋਟ ਲਿਖ ਰਿਹਾ। ਇਹ ਮੈਨੂੰ ਮੇਰੀ ਦਿਲਚਸਪੀ ਦਾ ਕਾਰਨ ਸੀ, ਮਤਲਬ ਮੈਨੂੰ ਲੱਗਦਾ ਸੀ ਮੇਰੀ ਪੜ੍ਹਾਈ ਲਿਖਾਈ ਕੰਮ ਆ ਰਹੀ। ਪਰ ਜਦੋਂ ਉਸੇ ਸੈਕਸ਼ਨ 'ਚ ਮੈਨੂੰ ਇੱਕ ਸਮੇਂ ਤੋਂ ਉਹਨਾਂ ਨੇ ਕਿਸੇ ਸਾਜ਼ਿਸ਼ ਤਹਿਤ ਮੇਰੀ ਆਫਿਸਰ ਨੂੰ ਸਪੈਸ਼ਲ ਡਿਊਟੀ ਭੇਜ ਕੇ ਮੈਨੂੰ ਐਗਜ਼ੀਬਿਸ਼ਨ ਸ਼ਿਫਟ ਕਰ ਦਿੱਤਾ, ਜਿੱਥੋਂ ਮੇਰੇ ਤੋਂ ਉਹਨਾਂ ਨੇ ਇਹ ਕੰਮ ਜਿਹੜਾ ਸੀ ਸੰਪਾਦਕ ਦਾ ਲੈ ਕੇ ਮੈਨੂੰ ਇੱਕ ਡਿਸਟ੍ਰੀਬਿਊਟਰ ਜਾਂ ਇੱਕ ਬੁੱਕ ਸੈਲਰ ਬਣਾਉਣ ਦੀ ਕੋਸ਼ਿਸ਼ ਕੀਤੀ। ਉਦੋਂ ਮੈਂ ਨੌਕਰੀ ਨਹੀਂ ਕਰ ਸਕਿਆ, ਮੈਨੂੰ ਛੱਡਣੀ ਪਈ ਤੇ ਮੈਂ ਉਹ ਨੌਕਰੀ ਜਿਹੜੀ ਸੀ ਉਹ ਨਹੀਂ ਕਰ ਸਕਿਆ, ਕਿਉਂਕਿ ਮੈਨੂੰ ਇਹ ਨਹੀਂ ਸੀ ਕਿ ਮੈਂ ਆਰਡਰ ਲਵਾਂ, ਮੈਂ ਕਿਤਾਬਾਂ ਜਿਹੜੀਆਂ ਬਲਕ ਵਿੱਚ ਵੇਚਾਂ, ਕਿਸੇ ਕੋਲ ਜਾ ਕੇ ਸਟਾਕ ਦੇਵਾਂ, ਬਿਜ਼ਨਸ ਪੁਆਇੰਟ ਆਫ ਤੋਂ ਵੇਖ ਗੱਲ ਕਰਾਂ। ਇਹ ਮੇਰੇ ਨੇਚਰ ਦਾ ਹਿੱਸਾ ਨਹੀਂ ਸੀ, ਮੇਰੀ ਪੜ੍ਹਾਈ ਲਿਖਾਈ ਨਹੀਂ ਸੀ। ਹਾਂ, ਜੇ ਮੈਂ MBA ਕੀਤਾ ਹੁੰਦਾ, ਮੈਨੂੰ ਮਾਰਕੀਟਿੰਗ ਦਾ ਤਜਰਬਾ ਹੁੰਦਾ, ਮੈਂ ਸ਼ਾਇਦ ਇਹ ਕੰਮ ਕਰਦਾ। ਪਰ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਂ ਸੰਪਾਦਕ ਦੇ ਤੌਰ ਤੇ ਨਿਯੁਕਤ ਹੋਇਆ ਸੀ, ਮੈਨੂੰ ਸੰਪਾਦਕ ਦੇ ਤੌਰ ਤੇ ਕੰਮ ਕਰਨਾ ਚਾਹੀਦਾ, ਮੈਂ ਨਹੀਂ ਕਰ ਸਕਿਆ। ਜਿਹੜੀ ਗੱਲ ਤੁਹਾਨੂੰ ਮੈਂ ਕਿ ਜਦੋਂ ਕਿਸੇ ਕੰਮ ਲਈ ਸ਼ੌਕ ਪੈਦਾ ਹੋ ਜਾਏ, ਉਹ ਜਿਹੜਾ ਆ ਉਹਦੇ ਨਾਲ ਤੁਹਾਡੇ ਕੰਮ ਦੀ ਜਿਹੜੀ ਆ ਕੈਪੈਸਿਟੀ ਵੱਧ ਜਾਂਦੀ ਹੈ, ਤੁਸੀਂ ਉਹਨੂੰ ਬਿਹਤਰ ਕਰ ਸਕਦੇ ਹੋ। ਸੋ ਉਹ ਚੰਗੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਉਹਨਾਂ ਦੀ ਰੁਚੀ ਅਨੁਸਾਰ ਕੰਮ ਮਿਲਦਾ। ਮੈਨੂੰ ਦੋਨੇ ਕੰਮ ਬਹੁਤ ਪਸੰਦ ਹੈ, ਪੜ੍ਹਨਾ ਬਹੁਤ ਪਸੰਦ ਹੈ, ਪੜ੍ਹਾਉਣਾ ਵੀ ਪਸੰਦ ਹੈ। ਮੈਂ ਇੰਨੇ ਸਾਲ ਸਕੂਲ ਅਧਿਆਪਕ ਰਿਹਾ। ਮੈਨੂੰ ਕਈ ਵਾਰ ਲੱਗਦਾ ਸੀ ਕਿ ਮੈਨੂੰ ਹੁਣ ਵੀ ਮੈਨੂੰ ਕਦੇ ਟੈਂਪਰੇਚਰ ਹੋ ਜਾਏ, ਮੈਨੂੰ ਕੋਈ ਤਕਲੀਫ ਹੋ ਜਾਏ, ਤੇ ਜੇ ਮੈਂ ਦਵਾਈ ਦੇ ਨਾਲ ਨਾਲ ਠੀਕ ਹੋਣਾ ਹੋਵੇ ਤੇ ਮੇਰੇ ਕੋਲ ਕਿਤਾਬ ਚਾਹੀਦੀ ਹੈ। ਪਿਛਲੇ ਸਾਲ ਮੈਨੂੰ ਕਰੋਨਾ ਹੋ ਗਿਆ, ਮੈਨੂੰ ਆਈਸੋਲੇਸ਼ਨ 'ਚ ਰਹਿਣਾ ਪਿਆ, ਤੇ ਮੈਂ ਘਰਦਿਆਂ ਨੂੰ ਕਿਹਾ ਵੀ ਮੇਰੇ ਕਿਤਾਬਾਂ ਜਿਹੜੀਆਂ ਉਹ ਮੇਰੇ ਸਰਾਣੇ ਹੋਣੀਆਂ ਚਾਹੀਦੀਆਂ, ਬਾਕੀ ਚੀਜ਼ਾਂ ਜਿਹੜੀਆਂ ਅੱਗੇ ਪਿੱਛੇ ਹੋ ਸਕਦੀਆਂ, ਪਰ ਕਿਤਾਬਾਂ ਚਾਹੀਦੀਆਂ। ਤੇ ਮੈਂ ਉਸ ਬਿਮਾਰੀ ਦੌਰਾਨ ਮੈਨੂੰ ਆਈਸੋਲੇਸ਼ਨ 'ਚ ਰਿਹਾ, ਤੇ ਮੈਂ ਉਦੋਂ ਬਹੁਤ ਚੰਗੀਆਂ ਕਿਤਾਬਾਂ ਜਿਹੜੀਆਂ ਸੀ ਉਹ ਲਿਟ ਕੇ ਪੜ੍ਹੀਆਂ। ਸੋ ਤੁਹਾਡੀ ਸੰਸਥਾ ਵਿੱਚ ਬਹੁਤ ਚੰਗੇ ਅਧਿਆਪਕ ਹੈ ਜਿਨ੍ਹਾਂ ਦਾ ਸੰਬੰਧ ਪੜ੍ਹਾਉਣ ਨਾਲ ਨਹੀਂ, ਪੜ੍ਹਨ ਨਾਲ ਉਸ ਤੋਂ ਜ਼ਿਆਦਾ ਹੈ। ਅੱਛਾ, ਪੜ੍ਹਨਾ ਵੀ ਕੀ ਪੜ੍ਹਨਾ ਹੈ ਉਹਨਾਂ ਨੂੰ ਪਤਾ ਹੈ। ਮੇਰੇ ਵਰਗੇ ਵਿਦਿਆਰਥੀ ਨੂੰ ਨਹੀਂ ਸੀ ਪਤਾ ਵੀ ਉਹਨੇ ਕੀ ਪੜ੍ਹਨਾ। ਮੈਂ ਬਹੁਤ ਟਾਈਮ ਵੇਸਟ ਕੀਤਾ ਜ਼ਿੰਦਗੀ 'ਚ। ਮੇਰੇ ਅਧਿਆਪਕਾਂ ਨੇ ਮੈਨੂੰ ਕਦੀ ਇਹ ਨਹੀਂ ਦੱਸਿਆ ਵੀ ਮੈਂ ਕੀ ਪੜ੍ਹਨਾ। ਪਰ ਉਹ ਅਧਿਆਪਕ ਜਿਹੜੇ ਆਪਣੇ ਵਿਦਿਆਰਥੀ ਨੂੰ ਦੱਸ ਦਿੰਦੇ ਆ, ਉਹਦਾ ਲਾ ਲੈਂਦੇ ਆ, ਅੰਦਾਜ਼ਾ ਲਾ ਲੈਂਦੇ ਕਿ ਬੱਚੇ ਨੇ ਕੀ ਪੜ੍ਹਨਾ। ਇਹ ਕਵਿਤਾ ਪੜ੍ਹੇਗਾ, ਇਹ ਨਾਵਲ ਪੜ੍ਹੇਗਾ, ਇਹ ਆਲੋਚਨਾ ਵਾਲੇ ਪਾਸੇ ਜਾਏਗਾ, ਇਹਨੂੰ ਕਹਾਣੀ ਚੰਗੀ ਲੱਗਦੀ ਆ, ਇਹਦੀ ਕ੍ਰੀਏਟੀਵਿਟੀ ਇਸ ਪਾਸੇ ਤੁਰ ਸਕਦੀ ਆ, ਇਹਦਾ ਫਿਊਚਰ ਵੀ ਬਣ ਸਕਦਾ, ਇਹ ਟ੍ਰਾਂਸਲੇਟਰ ਵਧੀਆ ਹੋ ਸਕਦਾ, ਇਹ ਜਰਨਲਿਜ਼ਮ 'ਚ ਜਾ ਸਕਦਾ, ਇਹ ਥੀਏਟਰ 'ਚ ਜਾ ਸਕਦਾ। ਜਦੋਂ ਟੀਚਰ ਤੁਹਾਡੀ ਕਲਾਸੀਫਿਕੇਸ਼ਨ ਕਰ ਲਵੇ, ਉਦੋਂ ਤੁਹਾਡੇ ਲਈ ਸੌਖਾ ਬਹੁਤ ਹੋ ਜਾਂਦਾ। ਹਰਪ੍ਰੀਤ, ਮੈਂ ਤਾਂ ਜ਼ਿੰਦਗੀ 'ਚ ਇਸ ਤਰ੍ਹਾਂ ਪੜ੍ਹਿਆ ਵੀ ਮੈਨੂੰ ਗੁਰਦੇਵ ਸਿੰਘ ਨੇ ਕਿਹਾ ਵੀ ਇਹ ਗੁਰਦਿਆਲ ਸਿੰਘ ਦੇ ਸਾਰੇ ਨਾਵਲ ਪਏ ਹੋਏ, ਤੇ ਮੈਂ ਪਹਿਲੇ ਨਾਵਲ ਤੋਂ ਲੈ ਕੇ ਆਖਰੀ ਨਾਵਲ ਤੱਕ ਦੇਖੇ ਵੀ 8 ਪਏ, 9 ਪਏ, 10 ਪਏ, ਇਹ ਸਾਰੇ ਪੜ੍ਹਨੇ ਆ। ਕਰਤਾਰ ਸਿੰਘ ਦੁੱਗਲ ਦੇ ਮੈਨੂੰ ਦੱਸਿਆ ਵੀ ਆ ਜਿਹੜਾ ਨਾਵਲ ਆ 14 ਨਾਵਲ ਪਏ ਹੋਏ, ਤੇ ਮੈਂ ਪੋਠੋਹਾਰੀ ਭਾਸ਼ਾ ਜਿਹੜੀ ਸੀ ਔਖੀ ਲੱਗਦੀ ਸੀ ਮੈਨੂੰ। ਮੈਂ ਸਿਰਫ ਇਸ ਕਰਕੇ ਆਂਧਰਾ ਨਾਵਲ ਦੇ 3 ਹਿੱਸੇ, ਹੁਣ ਸ਼ਾਇਦ ਇੱਕ ਵੋਲੀਅਮ ਛਪ ਗਿਆ।
ਉਹ ਚੀਜ਼ਾਂ ਉਹ ਪੜ੍ਹਨੀ ਸੀ ਜਿਹੜੀਆਂ ਮੈਨੂੰ ਮੇਰੇ ਸਮਾਜਿਕ ਸਰੋਕਾਰਾਂ ਦੇ ਜ਼ਿਆਦਾ ਨੇੜੇ ਲੈ ਜਾਂਦੀਆਂ। ਮੈਂ ਉਹਨਾਂ ਟਾਈਮ ਨਹੀਂ ਸੀ ਵੇਸਟ ਕਰਨਾ। ਸੋ ਸ਼ੁਭਕਾਮਨਾਵਾਂ ਤੁਹਾਡੇ ਲਈ ਕਿ ਤੁਹਾਡਾ ਜਿਹੜਾ ਭਵਿੱਖ ਹੈ, ਇਹ ਨਾ ਸੋਚੋ ਕਿ ਪੰਜਾਬੀ ਰੁਜ਼ਗਾਰ ਦੀ ਭਾਸ਼ਾ ਨਹੀਂ ਹੈਗੀ। ਤੁਸੀਂ ਪੰਜਾਬੀ ਮਾਧਿਅਮ ਰਾਹੀਂ ਪੜ੍ਹ ਰਹੇ ਹੋ, ਪਰ ਉਹ ਪੜ੍ਹ ਸਾਰਾ ਕੁਝ ਰਹੇ ਆ ਜਿਹਨੇ ਤੁਹਾਡੀ ਜ਼ਿੰਦਗੀ ਵਿੱਚ ਅੱਗੇ ਜਾ ਕੇ ਕੰਮ ਆਉਣਾ। ਜਦੋਂ ਮੈਂ ਇਹ ਕਹਿੰਦਾ ਕਿ ਲਿਟਰੇਚਰ ਪੜ੍ਹਨ ਵਾਲਾ ਬੰਦਾ ਇਕੱਲਾ ਕਵਿਤਾ ਕਹਾਣੀ ਨਹੀਂ ਪੜ੍ਹਦਾ, ਉਹ ਸਮਾਜ ਦੀ ਬਣਤਰ ਤੇ ਗੁਣਤਰ ਨੂੰ ਬੜੇ ਆਸਾਨੀ ਨਾਲ ਸਮਝ ਰਿਹਾ ਹੁੰਦਾ। ਇਤਿਹਾਸ ਵਿੱਚ ਜਿਹੜੀਆਂ ਮਿਤੀਆਂ ਤੇ ਘਟਨਾਵਾਂ ਆ ਨਾ, ਸਿਰਫ ਉਹ ਅਸਲੀ ਆ। ਬਾਕੀ ਅਸਲੀ ਚੀਜ਼ਾਂ ਜਿਹੜੀਆਂ ਉਹ ਲਿਟਰੇਚਰ 'ਚ ਪਈਆਂ, ਉਹ ਲਿਟਰੇਚਰ 'ਚ ਪਈਆਂ ਨੇ। ਇਤਿਹਾਸਕਾਰ ਦਰਬਾਰੀ ਸਰਕਾਰੀ ਹੋ ਸਕਦੇ ਆ, ਉਹ ਕਿਸੇ ਚੀਜ਼ ਨੂੰ ਸੱਚ ਕਿਸੇ ਚੀਜ਼ ਨੂੰ ਝੂਠ ਬਣਾ ਸਕਦੇ ਆ। ਇਤਿਹਾਸ ਨੂੰ ਮਿਥਿਹਾਸ ਤੇ ਮਿਥਿਹਾਸ ਨੂੰ ਇਤਿਹਾਸ ਬਣਾਉਣ ਦੀ ਜਿਹੜੀ ਸਭ ਤੋਂ ਜ਼ਿਆਦਾ ਪ੍ਰਕਿਰਿਆ ਪਿਛਲੇ 10-20 ਸਾਲਾਂ ਸਾਡੇ ਸ਼ੁਰੂ ਹੋਈ ਹੋਆ। ਪਰ ਇੱਕ ਟੀਚਰ ਤੁਹਾਨੂੰ ਇੱਕ ਰਡਾਰ ਦੇ ਸਕਦਾ, ਦੱਸ ਸਕਦਾ ਤੁਹਾਨੂੰ ਵੀ ਤੁਸੀਂ ਕਿੱਥੇ ਇਤਿਹਾਸ ਆ ਕਿੱਥੇ ਮਿਥਿਹਾਸ ਆ, ਕਿਹੜੀ ਗੱਲ ਜਿਹੜੀ ਆ ਉਹ ਡੀਕੋਡ ਕਿਸ ਤਰ੍ਹਾਂ ਹੋਣੀ ਹੈ, ਇਤਿਹਾਸ 'ਚ ਕਿੱਥੇ ਪਈ ਆ। ਤੁਸੀਂ ਇਰਫਾਨ ਹਬੀਬ ਵੀ ਪੜ੍ਹਨਾ ਹੈ, ਰਮੀਲਾ ਥਾਪਰ ਵੀ ਪੜ੍ਹਨੀ ਹੈ, ਖੁਸ਼ਵੰਤ ਵੀ ਪੜ੍ਹਨਾ ਹੈ। ਪਰ ਇਹਦੇ ਨਾਲ ਨਾ ਲਿਟਰੇਚਰ 'ਚ ਪਏ ਰੈਫਰੈਂਸ ਜਿਹੜੇ ਆ ਅਸਲੀ ਆ। ਮੈਂ 3 ਕਿਤਾਬਾਂ ਦਾ ਨਾਮ ਲੈਣਾ ਤੁਹਾਡੇ ਕੋਲ। ਝੂਠਾ ਸੱਚ, ਯਸ਼ਪਾਲ ਦਾ ਨਾਵਲ। ਯਸ਼ਪਾਲ ਪੰਜਾਬੀ ਰਾਈਟਰ ਸੀ, ਪਰ ਉਹ ਉਰਦੂ 'ਚ ਲਿਖਦੇ ਸੀ। ਇਹਨਾਂ ਦੇ 2 ਵੋਲੀਅਮ ਜਿਹੜੇ ਆ ਉਹ ਭਾਸ਼ਾ ਭਾਗ ਪੰਜਾਬ ਨੇ ਛਾਪੇ ਆ। ਇਹ ਪੜ੍ਹਨ ਵਾਲੇ ਆ। ਦੇਸ਼ ਦੀ ਪਾਰਟੀਸ਼ਨ ਬਾਰੇ ਪੜ੍ਹਨਾ, ਇਸ ਤੋਂ ਵੱਡਾ ਦਸਤਾਵੇਜ਼ ਕੋਈ ਨਹੀਂ। ਇਸ ਤੋਂ ਵੱਡਾ ਦਸਤਾਵੇਜ਼ ਕੋਈ ਨਹੀਂ। ਤਮਸ ਪੜ੍ਹ ਲਓ ਭੀਸ਼ਮ ਸਾਹਨੀ ਦਾ, ਉਹ ਤੁਹਾਨੂੰ ਪਾਰਟੀਸ਼ਨ ਦੇ ਕਾਰਨਾਂ ਬਾਰੇ ਤੁਹਾਡੇ ਕੋਲ ਉਹਦੇ ਵੇਰਵੇ ਦੱਸ ਸਕਦਾ। ਜੇ ਕਿਸੇ ਬੱਚੇ ਨੇ ਮੈਡੀਵਲ ਪੀਰੀਅਡ ਦਾ ਇਤਿਹਾਸ ਪੜ੍ਹਨਾ ਕਾਸਟ ਤੇ ਕਲਾਸ ਨੂੰ ਸਮਝਣ ਲਈ, ਤੇ ਉਹ ਮਨਮੋਹਨ ਬਾਬਾ ਦਾ ਨਾਵਲ ਕਾਲ ਕਥਾ ਹੈ, ਕਾਲ ਕਥਾ, ਉਹ ਪੜ੍ਹ ਲਓ। ਤੁਹਾਡੇ ਕੋਲ ਇਤਿਹਾਸ ਪੜ੍ਹਨ ਦੀ ਤੁਹਾਨੂੰ ਫਿਰ ਲੋੜ ਨਹੀਂ ਪੈਗੀ। ਤੁਹਾਨੂੰ ਨਹੀਂ ਤਰੀਕਾਂ ਯਾਦ ਰੱਖਣੀਆਂ ਪੈਣਗੀਆਂ ਵੀ ਕਿਹੜੇ ਹਮਲੇ, ਕਿੰਨੇ ਹਮਲੇ ਕਦੋਂ ਕਦੋਂ ਹੋਏ, ਕਿਹੜੇ ਕਿਹੜੇ ਮੰਦਰ ਦੇ ਗੁਰਦੁਆਰੇ 'ਚ ਕੀ ਘਟਾਇਆ, ਜੇ ਜਿਹੜੇ ਲੁਟੇਰੇ ਕਿੱਥੋਂ ਆਉਂਦੇ ਸੀ, ਫੌਜ ਕਿੱਦਾਂ ਬਣਦੀ, ਤੁਹਾਨੂੰ ਉਹਦੀ ਬਣਤਰ 'ਚੋਂ ਸਮਝ ਆ ਜਾਊਗੀ। ਸੋ ਲਿਟਰੇਚਰ ਜਿਹੜਾ ਨਾ ਤੁਹਾਨੂੰ ਸੰਖੇਪ ਵਿੱਚ ਜਿਹੜੇ ਮੈਂ ਤੁਹਾਨੂੰ ਕਿਹਾ ਵੀ ਲਿਖੇ ਨਾਲੋਂ ਅਣਲਿਖਿਆ ਜਿਹੜਾ ਬੜਾ ਇੰਪੋਰਟੈਂਟ ਹੁੰਦਾ, ਉਹਦੇ 'ਚ ਇਸ਼ਾਰੇ ਹੁੰਦੇ। ਸੋ ਇੱਕ ਵਾਰ ਫਿਰ ਮੈਂ ਸਾਰੀ ਫੈਕਲਟੀ ਮੈਂਬਰਸ ਨਾਲ ਤੇ ਖਾਸ ਤੌਰ ਤੇ ਆਪਣੇ ਜੀ ਡਾਕਟਰ ਹਰਪ੍ਰੀਤ ਹੋਣਾ ਨਾਲ ਬਹੁਤ ਮਤਲਬ ਧੰਨਵਾਦੀ ਹਾਂ ਵੀ ਇਹਨਾਂ ਬੱਚਿਆਂ ਦੇ ਰੂਬਰੂ ਹੋ ਕੇ ਉਹਨਾਂ ਨਾਲ ਗੱਲਾਂ ਕਰਨ ਦਾ ਮੌਕਾ ਦਿੱਤਾ। ਜੇ ਕੋਈ ਕਿਸੇ ਬੱਚੇ ਦੇ ਮਨ 'ਚ ਕੋਈ ਪ੍ਰਸ਼ਨ ਹੋਵੇ ਤੇ ਉਹ ਆਪਾਂ ਸਾਂਝੀਆਂ ਗੱਲਾਂ ਕਰਦੇ ਹੋਏ ਮੈਂ 1 ਜਾਂ 2 ਮਿੰਟ ਤੁਹਾਡੇ ਨਾਲ ਸਾਂਝਾ ਕਰ ਸਕਦਾ। ਮੈਂ ਕੱਲ ਹੀ ਤੁਹਾਡਾ ਆਰਟੀਕਲ ਪੰਜਾਬੀ ਜਾਗਰਣ ਦੇ ਵਿੱਚ ਪੜ੍ਹਿਆ ਤੇ ਤੁਹਾਡੀ ਉਹਦੇ ਵਿੱਚ ਬਾਇਓਗ੍ਰਾਫੀ ਪੜ੍ਹੀ ਹੈ ਤੇ ਉਹਦੇ ਵਿੱਚ ਆਈ ਥਿੰਕ ਤੁਹਾਨੂੰ ਆਰਥਿਕ ਤੰਗੀਆਂ ਬਹੁਤ ਆਈਆਂ ਜੀ ਜੀ ਜਿਸ ਹਿਸਾਬ ਨਾਲ ਮੈਂ ਪੜ੍ਹਿਆ ਜੀ ਤੇ ਉਹਦੇ ਵਿੱਚ ਤੁਹਾਡੇ ਪਾਪਾ ਜੀ ਦੀ ਅੱਖ ਦਾ ਆਪਰੇਸ਼ਨ, ਜੀ। ਉਸ ਟਾਈਮ ਤੁਹਾਨੂੰ ਆਰਥਿਕ ਤੰਗੀ ਹੋਈ ਤੇ ਕਾਫੀ ਇੱਕ ਤੁਹਾਡੇ ਮੈਨੂੰ ਇਹ ਤੁਹਾਨੂੰ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਇਦਾਂ ਦਾ ਨਹੀਂ ਸੀਗਾ ਜੇ ਕਵਿਤਾ ਲਿਖਦਾ ਸੀਗਾ। ਤੁਹਾਡੇ ਤਾਇਆ ਜੀ ਸ਼ਾਇਦ ਮਿਰਜ਼ਾ ਗਾਉਂਦੇ ਹੁੰਦੇ ਸੀਗੇ ਜੋ ਮੈਂ ਪੜ੍ਹਿਆ ਇਸ ਚੀਜ਼ ਤੋਂ, ਤੇ ਤੁਹਾਡੇ ਦਾਦਾ ਜੀ ਨੇ ਵੀ ਨਹੀਂ ਇੰਨੀ ਕਵਿਤਾ ਕੁਝ ਸੀਗਾ, ਤੁਹਾਡੇ ਮਾਹੌਲ ਨਹੀਂ ਸੀਗਾ। ਤੁਸੀਂ 10ਵੀਂ ਕਲਾਸ ਦੇ ਵਿੱਚ ਕਵਿਤਾ ਲਿਖੀ ਸੀਗੀ, 2 ਕਵਿਤਾਵਾਂ ਲਿਖੀਆਂ ਸੀਗੀਆਂ। ਸਰ ਤੁਸੀਂ ਉਹ ਕਿੱਦਾਂ ਇੰਸਪਾਇਰ ਹੋਏ ਕਿ ਤੁਹਾਡੇ ਕਿੱਦਾਂ ਮਨ ਦੇ ਵਿੱਚ ਆਇਆ? ਕਿਉਂਕਿ ਸਾਡੀਆਂ ਵੀ ਫੈਮਲੀਆਂ, ਸਾਡੇ ਹਰਪ੍ਰੀਤ ਸਰ ਸਾਨੂੰ ਬਹੁਤ ਪ੍ਰੇਜ਼ ਕਰਦੇ ਆ ਕਿ ਤੁਸੀਂ ਨਾ ਨਾਵਲ ਪੜ੍ਹੋ, ਪੋਇਟਰੀ ਪੜ੍ਹੋ, ਬਹੁਤ ਸਰ ਸਾਨੂੰ ਪ੍ਰੇਜ਼ ਕਰਦੇ ਆ, ਅਸੀਂ ਉਹਨਾਂ ਦੇ ਸਦਕਾ ਕਰ ਰਹੇ ਹਾਂ। ਉਹ ਸਾਡੀ ਇੰਸਪੀਰੇਸ਼ਨ ਵੀ ਆ। ਤੁਹਾਡੀ ਇੰਸਪੀਰੇਸ਼ਨ ਸਰ ਉਹ ਤੁਸੀਂ ਕਿੱਥੋਂ ਇੰਸਪਾਇਰ ਹੋਏ? ਕਿਉਂਕਿ ਤੁਹਾਡੀ ਫੈਮਿਲੀ ਦੇ ਵਿੱਚ ਤਾਂ ਕੁਝ ਇਹੋ ਜਿਹਾ ਮਾਹੌਲ ਨਹੀਂ ਸੀਗਾ। ਮੈਂ ਕਰਦਾ ਸ਼ੁਰੂ। ਮੈਨੂੰ ਲੱਗਦਾ ਕਿ ਸਾਡੇ ਟੋਟਲ ਜਿਹੜਾ ਸਮਾਜ ਹੈ ਇਹਦੇ 'ਚ ਨਾ ਸਮਾਜਿਕ ਆਰਥਿਕ ਤੌਰ ਤੇ ਜੇ ਥੋੜਾ ਚੰਗਾ ਵੀ ਹੋਵੇ, ਉੱਥੇ ਵੀ ਮਤਲਬ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੁੰਦਾ। ਜਿੱਥੇ ਨਵੀਂ ਪੀੜ੍ਹੀ 'ਚ ਆ ਗਈ, ਥੋੜਾ ਚੀਜ਼ਾਂ ਖੁੱਲ ਗਈਆਂ, ਉੱਥੇ ਵੀ ਮੈਨੂੰ ਲੱਗਦਾ ਵੀ ਤੁਸੀਂ ਇੱਕ ਰਾਈਟਰ ਹੋਣ ਦਾ ਜਾਂ ਇੱਕ ਕਲਾਕਾਰ ਹੋਣ ਦਾ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦਾ ਮਿਆਰ ਨਹੀਂ ਬਣਦਾ ਜਿਹਦੇ ਨਾਲ ਤੁਸੀਂ ਹੋਣਾ ਹੁੰਦਾ। ਇਹ ਕੁਝ ਚੀਜ਼ਾਂ ਇੰਸਪਾਇਰ ਕਰਨ ਵਾਲੀਆਂ ਹੁੰਦੀਆਂ। ਜਿੱਦਾਂ ਮੈਂ ਤੁਹਾਨੂੰ ਸ਼ੁਰੂ 'ਚ ਦੱਸਿਆ ਕਿ ਮੈਂ ਸਪੋਰਟਸ ਵਿੱਚ 3 ਸਾਲ ਰਿਹਾ, ਉਦੋਂ ਮੈਨੂੰ ਲੱਗਦਾ ਸੀ ਕਿ ਮੈਂ ਇੱਕ ਤਾਂ ਸਪੋਰਟਸ ਵਿੱਚ ਫੀਸਾਂ ਮਾਫ ਹੋ ਜਾਂਦੀਆਂ ਸੀ ਬੱਚਿਆਂ ਦੀਆਂ ਜਿਹੜੇ ਸਪੋਰਟਸ ਵੀਕ ਵਿੱਚ ਜਾਂਦੇ ਸੀ। ਦੂਸਰਾ ਇਹ ਸੀਗਾ ਵੀ ਉਹਨਾਂ ਨੂੰ ਉੱਥੇ ਐਕਸਟਰਾ ਡਾਈਟ ਮਿਲਦੀ ਸੀ। ਦੂਜੀ ਗੱਲ ਇਹ ਹੋ ਜਾਂਦੀ ਸੀ, ਪਰ ਮੈਨੂੰ ਉੱਥੇ ਲੱਗਣ ਲੱਗ ਪਿਆ ਵੀ ਮੈਂ ਉੱਥੇ
ਕੋਈ ਚੰਗਾ ਪਲੇਅਰ ਨਹੀਂ ਬਣ ਸਕਦਾ। ਮੈਨੂੰ ਆਪਣੀ ਸੀਰੀਅਸ ਦੇਖ ਕੇ ਆਪਣੇ ਉਹ ਜਦ ਪਤਾ ਲੱਗਿਆ ਕਿ ਮੇਰੇ ਕੋਲ ਉਹਨਾਂ ਟਾਈਮ ਵੀ ਨਹੀਂ ਸੀ, ਮੈਨੂੰ ਘਰ ਵੀ ਉਹਨਾਂ ਟਾਈਮ ਦੇਣਾ ਪੈਂਦਾ ਸੀ ਜਿੰਨਾ ਮੈਨੂੰ ਸਕੂਲ ਦੇਣਾ ਪੈਂਦਾ ਸੀ ਜਾਂ ਸਟੇਡੀਅਮ ਦੇਣਾ ਪੈਂਦਾ ਸੀ, ਇਸ ਕਰਕੇ ਮੈਨੂੰ ਛੱਡਣਾ ਪੈਣਾ ਸੀ। ਮੈਂ ਛੱਡ ਦਿੱਤਾ। ਫਿਰ ਮੇਰੇ ਮਨ 'ਚ ਸੀਗਾ ਵੀ ਮੈਂ ਕੁਝ ਵੱਖਰਾ ਇਹਨਾਂ ਨਾਲੋਂ ਕਰਾਂ। ਵੱਖਰਾ ਕਰਨ ਨੂੰ ਕੁਝ ਨਹੀਂ ਸੀ। ਅਸੀਂ ਇੱਦਾਂ ਸੁਣਿਆ ਸੀ ਬਹੁਤ ਸਾਲਾਂ ਬਾਅਦ ਨਾ, ਮੇਰੇ ਫਾਦਰ ਇਨ ਲਾ ਨੇ ਮੈਨੂੰ ਇੱਕ ਵਾਰ ਕਿਹਾ, ਮੇਰੇ ਫਾਦਰ ਇਨ ਲਾ ਉਹਨਾਂ ਨੇ ਇੱਕ ਵਾਰ ਮੈਨੂੰ ਗੱਲ ਸੁਣਾਈ। ਮੇਰੇ ਫਾਦਰ ਇਨ ਲਾ ਉਹਨੇ ਅਸਲ 'ਚ ਨਾ ਇੱਕ ਮੌਲਵੀ ਗੁਲਾਮ ਰਸੂਲ ਨਾਮ ਦਾ ਪੋਇਟ ਹੈ, ਬਹੁਤ ਵੱਡਾ ਪੋਇਟ ਹੈ, ਸਾਡਾ ਆਖਰੀ ਪੋਇਟ ਹੈ। ਤੇ ਮੌਲਵੀ ਗੁਲਾਮ ਰਸੂਲ ਬਾਰੇ ਮੇਰੇ ਫਾਦਰ ਇਨ ਲਾ ਉਹਨੇ ਬਹੁਤ ਕੁਝ ਜਾਣਦੇ ਸੀ। ਤੇ ਉਹਨਾਂ ਨੇ ਕਿਹਾ, ਮੈਨੂੰ ਇੱਕ ਵਾਰ ਮਜ਼ਾਕ 'ਚ ਗੱਲ ਸੁਣਾਈ, ਕਹਿੰਦੇ ਮਤਲਬ ਗੱਲ ਇੱਦਾਂ ਹੈ ਵੀ ਮੈਂ ਤਾਂ ਤੇਰਾ ਪਤਾ ਨਹੀਂ ਕੀ ਹਿਸਾਬ ਆ ਕਵਿਤਾ ਦਾ, ਪਰ ਕਹਿੰਦੇ ਮੈਨੂੰ ਅਸੀਂ ਜਿਹੜਾ ਮੌਲਵੀ ਗੁਲਾਮ ਰਸੂਲ ਬਾਰੇ ਸੁਣਿਆ ਸੀ, ਕਹਿੰਦੇ ਉਹਦੇ ਪੋਟੇ ਤੇ ਉਹਦੇ ਉਂਗਲਾਂ ਦੇ ਪੋਟੇ ਨਹੀਂ ਸੀ, ਤੇ ਉਹ ਕਹਿੰਦੇ ਆਪਣੇ ਨਾ ਉਂਗਲ ਦੇ ਨਾਲ ਕਵਿਤਾ ਲਿਖ ਲੈਂਦਾ ਸੀ, ਉਹਨਾਂ ਦੇ ਪੋਟੇ ਨਹੀਂ ਸੀ। ਕਹਿੰਦਾ ਅੱਛਾ, ਮੈਂ ਬਹੁਤ ਸਾਰੇ ਸਾਲਾਂ ਬਾਅਦ ਮੈਂ ਇੱਕ ਵਾਰ ਮੌਲਵੀ ਗੁਲਾਮ ਰਸੂਲ ਤੇ ਇੱਕ ਲੰਬਾ ਆਰਟੀਕਲ ਲਿਖਿਆ, ਤੇ ਉਹਦੇ ਨਾਲ ਜੁੜੀਆਂ ਹੋਈਆਂ ਗੱਲਾਂ ਵੀ ਲਿਖੀਆਂ ਜਿਹੜੀਆਂ ਮੇਰੇ ਫਾਦਰ ਸਾਹਿਬ ਨੇ ਸੁਣਾਈਆਂ ਸੀ, ਉਹ ਵੀ ਗੱਲਾਂ ਮੈਂ ਉਹ 'ਚ ਦਰਜ ਕੀਤੀਆਂ। ਤੇ ਕਵੀ ਦਾ ਬਿੰਬ ਆਮ ਲੋਕਾਂ ਲਈ ਹੋਰ ਤਰ੍ਹਾਂ ਦਾ ਹੁੰਦਾ। ਉਹ ਬੜੇ ਹੈਰਾਨੀ, ਜੇ ਕਿਸੇ ਨੂੰ ਪਤਾ ਹੋਵੇ, ਮੇਰੇ ਗੁਆਂਢ ਕਿਸੇ ਨੂੰ ਪਤਾ ਨਹੀਂ ਕਿ ਮੈਂ ਕਵਿਤਾ ਲਿਖਦਾ, ਜੇ ਕਿਸੇ ਨੂੰ ਪਤਾ ਹੋਵੇ ਤਾਂ ਸ਼ਾਇਦ ਉਹ ਬੰਦੇ ਇਹ ਸੋਚਣ ਵੀ ਇਹ ਬੰਦਾ ਵੀਕ ਹੋਈ, ਇਹ ਕਿੱਦਾਂ ਹੋ ਸਕਦਾ। ਤਾਂ ਇੱਕ ਤਾਂ ਇਹ ਗੱਲ ਹੁੰਦੀ ਹੈ ਸਮਾਜ ਤੁਹਾਡੇ ਬਾਰੇ ਕਿੱਦਾਂ ਸੋਚਦਾ, ਉਹਨੂੰ ਤਾਂ ਪਤਾ ਹੋਊਗਾ, ਪੜ੍ਹਦਾ ਹੋਊਗਾ। ਦੂਸਰੀ ਗੱਲ ਜਿਹੜੀ ਕਵਿਤਾ ਦੀ ਇੰਸਪੀਰੇਸ਼ਨ ਹੁੰਦੀ ਉਹ ਹੁੰਦੀ ਤੁਹਾਡੇ ਨਾ, ਮੇਰਾ ਬਚਪਨ ਇੱਕ ਡੇਰੇ ਦੇ ਨਾਲ ਜੁੜਿਆ ਰਿਹਾ। ਉਹ ਡੇਰੇ 'ਚ ਬੰਦੇ ਹਰ ਸਾਲ ਨਾ ਬੜੀਆਂ ਪਰਮਾਰਥ ਦੀਆਂ ਗੱਲਾਂ ਕਰਦੇ ਸੀ, ਨਹੀਂ ਮੇਰੀ ਸਮਝ ਤੋਂ ਬਾਹਰਲੀਆਂ ਸੀ, ਪਰ ਕਦੀ ਕਦੀ ਕੋਈ ਬੰਦਾ ਉੱਥੇ ਪ੍ਰਸੰਗ ਸੁਣਾਉਂਦਾ, ਗੁਰੂ ਬਸੰਤ ਦਾ ਸੁਣਾਤਾ। ਮੇਰਾ ਇੱਕ ਤਾਇਆ ਨਾ ਵਿਹੜੇ 'ਚੋਂ ਤਾਇਆ ਲੱਗਦਾ ਸੀ, ਉਹ ਹੀਰ ਗਾ ਦਿੰਦਾ ਸੀ, ਤੇ ਉਹ ਹੀਰ ਨੂੰ ਇਸ ਸੈਂਸ ਵਿੱਚ ਉਦੋਂ ਗਾਉਂਦੇ ਸੀ ਵੀ ਹੀਰ ਉਹਨਾਂ ਲਈ ਇਸ਼ਕ ਮਜਾਜੀ ਦਾ ਪਾਤਰ ਨਹੀਂ ਸੀ, ਹੀਰ ਉਹਨਾਂ ਲਈ ਕਿਸੇ ਧਾਰਮਿਕ, ਬਿਲਕੁਲ ਇਸ ਤਰ੍ਹਾਂ ਕਹਿੰਦੇ ਸੀਗੇ ਵੀ ਰੱਬ ਦੇ ਘਰ ਦੀ ਗੱਲ ਸੁਣਾ, ਤੇ ਉਹ ਰੱਬ ਦੇ ਘਰ ਦੀ ਗੱਲ ਹੀਰ ਰਾਹੀਂ ਸੁਣਦੇ ਸੀ। ਘਰ ਆ ਨਨਾਣ ਦੀ ਗੱਲ ਕੀਤੀ ਤਾਂ ਪ੍ਰਸੰਗ ਸੁਣਦਾ ਸੀ ਉਹਨਾਂ ਨੂੰ, ਤੇ ਉਦੋਂ ਮੈਨੂੰ ਲੱਗਦਾ ਸੀ ਕਿ ਲਾਈਨਾਂ ਜੁੜ ਰਹੀਆਂ ਇਸ ਤਰ੍ਹਾਂ। ਤੇ ਮੈਨੂੰ ਲੱਗਦਾ ਸੀ ਕਿ ਇੱਕ ਸਾਡੇ ਪਿੰਡ ਦਾ ਹੋਰ ਬੰਦਾ ਹੁੰਦਾ ਸੀ ਜਿਹੜਾ ਅਨਪੜ੍ਹ ਸੀ, ਸ਼ੱਪੂ ਨਾਂ ਦਾ ਇੱਕ ਬੰਦਾ, ਉਹ ਜਦੋਂ ਮਲਕੀਤ ਸਿੰਘ ਤੂਤਰ ਤੂਤੀਆਂ ਵਾਲਾ ਇੱਕ ਗੀਤ ਸਾਡੇ ਦੌਰ 'ਚ ਇੱਕ ਚੱਲਿਆ, ਤੇ ਉਹਨਾਂ ਉਸੇ ਪੈਟਰਨ ਤੇ ਉਹ ਛੱਬੇ ਨੇ ਇੱਕ ਗੀਤ ਲਿਖਿਆ। ਅਸੀਂ ਉਹਦੇ ਛੱਬੇ ਦੇ ਜੁੜੇ ਹੋਏ ਗੀਤਾਂ 'ਚ ਉਹਦੀ ਮਾਤਾ ਦਾ ਨਾਂ ਰਾਮੀ ਸੀ, ਤੇ ਅਸੀਂ ਉਹਦੇ ਪ੍ਰਸੰਗ ਨੂੰ ਥੋੜਾ ਵਧਾ ਕੇ ਇੱਕ ਪੈਰਾ ਹੋਰ ਜੋੜ ਦੇਣਾ ਉਹਦੇ 'ਚ, ਤੇ ਵਿੱਚ ਉਹਦੀ ਮਾਤਾ ਦਾ ਨਾਮ ਵਿੱਚ ਸ਼ਾਮਲ ਕਰਨਾ, ਤੁਕਬੰਦੀ ਉਸ ਤਰ੍ਹਾਂ ਕਰਨੀ। ਜਿਹੜੀਆਂ ਪਹਿਲੀਆਂ ਦੋ ਕਵਿਤਾਵਾਂ ਸੀ ਉਹਨਾਂ ਵਿੱਚੋਂ ਮੇਰਾ ਸਿੱਧਾ ਮੈਂ ਭਾਈ ਵੀਰ ਸਿੰਘ ਦੀਆਂ ਦੋ ਕਵਿਤਾਵਾਂ ਪੜ੍ਹੀਆਂ ਸੀ, ਰਵਾਈਆਂ ਪੜ੍ਹੀਆਂ ਸੀ, ਉਹ 10ਵੀਂ ਦੇ ਸਿਲੇਬਸ ਵਿੱਚ ਲੱਗੀਆਂ ਹੋਈਆਂ ਸੀ। ਉਹ ਸਿਲੇਬਸ ਵਿੱਚ ਲੱਗੀਆਂ ਸੀ। ਇੱਛਾ ਬਲ ਤੇ ਡੂੰਘੀਆਂ ਛਾਪਾਂ ਨਾਂ ਦੀਆਂ ਕਵਿਤਾਵਾਂ ਸੀ, ਜਿਹਦੇ 'ਚ ਇੱਕ ਰਵਾਈ ਦੇ ਵਿੱਚ ਇੱਛਾ ਬਲ ਨੂੰ ਕਵੀ ਦੱਸਦਾ, ਪੁੱਛਦਾ ਵੀ ਤੂੰ ਉੱਥੇ ਜਦੋਂ ਸਾਰੀ ਦੁਨੀਆ ਜਿਹੜੀ ਆ ਉਹ ਤੁਰੀ ਜਾ ਰਹੀ ਹੈ, ਤੂੰ ਵੀ ਬਸ ਕਰ, ਰੁਕ ਜਾ। ਤੇ ਉਹ ਅਗਲੇ ਪ੍ਰਸੰਗ ਦੱਸਦਾ ਵੀ ਮੈਂ ਕਿਉਂ ਨਹੀਂ ਰੁਕਣਾ, ਮੇਰੀ ਇਸ ਤਰ੍ਹਾਂ ਬਹੁਤ ਪ੍ਰੀਤ ਹੈ, ਮੈਂ